ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਦੋ ਵੱਡੀਆਂ ਹਸਤੀਆਂ। ਡਾਕਟਰ ਕੇਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਕੇ ਸਿੱਖ ਵਿਦਵਾਨ ਨੇ। ਇਹਨਾਂ ਦੇ ਨਾਲ ਦੂਜੇ ਸਾਡੇ ਕੋਲ ਡਾਕਟਰ ਬਲਕਾਰ ਸਿੰਘ ਨੇ, ਪ੍ਰੋਫੈਸਰ ਬਲਕਾਰ ਸਿੰਘ, ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਨੇ ਔਰ ਇਸ ਵੇਲੇ ਡਾਇਰੈਕਟਰ ਨੇ ਵਰਲਡ ਪੰਜਾਬੀ ਸੈਂਟਰ ਦੇ। ਮੈਂ ਦੋਨਾਂ ਨੂੰ ਜੀ ਆਇਆਂ ਆਖਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਆ ਇਲੈਕਸ਼ਨ ਹੋ ਕੇ ਹਟੀ, ਇੱਕ ਫੈਕਟਰ ਜਿਹੜਾ ਮੈਨੂੰ ਨਦਾਰਦ ਨਜ਼ਰ ਆਉਂਦਾ ਸੀਗਾ ਜਾਂ ਸਾਡੀ ਛੋਟੀ ਸਮਝ ਸੀ ਜਾਂ ਐਵੇਂ ਪਰਸੈਪਸ਼ਨ ਬਣ ਗਈ ਕਿ ਪਹਿਲਾਂ ਜਦੋਂ ਇਲੈਕਸ਼ਨ ਆਉਂਦੀ ਸੀ ਤਾਂ ਕੁਝ ਇੱਕ ਪੱਖ ਪੰਥ ਵਾਲੇ ਹੁੰਦੇ ਸੀ। ਭਾਵੇਂ ਇਸ ਤੋਂ ਪਿਛਲੇ ਇਲੈਕਸ਼ਨ 'ਚੋਂ ਥੋੜਾ ਹੀ ਫੈਕਟਰ ਦੇਖਿਆ ਗਿਆ ਕਿ ਅਸੀਂ ਤੇ ਭਾਈ ਪੰਥ ਨੂੰ ਵੋਟ ਪਾਉਣੀ ਆ, ਲੇਕਿਨ ਐਤਕੀ ਉਹ ਮਿਸਿੰਗ ਸੀ। ਪਰ ਦਰਅਸਲ ਉਹ ਸਾਡੀ ਛੋਟੀ ਸਮਝ ਸੀ, ਉਹ ਮਿਸਿੰਗ ਨਹੀਂ ਸੀਗਾ। ਮੈਨੂੰ ਪਤਾ ਨਹੀਂ, ਇੰਜ ਲੱਗਦਾ ਹੈ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਉਹ ਇੱਕ ਹੱਕ ਸੀ, ਡਿਊਟੀ ਸੀ। ਅਕਾਲੀ ਦਲ ਨਾਲ 100 ਸਾਲ ਤੋਂ ਇੱਕ ਧਾਰਾ ਵਹਿੰਦੀ ਸੀ, ਮੈਂ ਮਰਾਂ ਪੰਥ ਜੀਵੇ ਜਾਂ ਪੰਥ ਜੀਵੇ ਮੈਂ ਮਰਾਂ। ਇਹ ਗੱਲਾਂ ਇਲੈਕਸ਼ਨ 'ਚ ਜ਼ਿਆਦਾ ਉੱਪਰ ਜਾਂਦੀਆਂ ਸੀ। ਲੇਕਿਨ ਮੈਨੂੰ ਅਚੰਭਾ ਨਹੀਂ ਔਰ ਤੁਹਾਨੂੰ ਕਿਸੇ ਨੂੰ ਅਚੰਭਾ ਨਹੀਂ ਗਾ ਕਿ ਉਹ ਪੰਥਕ ਜਜ਼ਬਾ ਜਿਉਂਦਾ ਹੈ ਤੇ ਜਲਾਉ ਨਾਲ ਜਿਉਂਦਾ ਹੈ। ਉਹ ਫਤਿਹਗੜ੍ਹ ਸਾਹਿਬ ਦੇ ਘੇਰਿਆਂ 'ਚੋਂ ਵੇਖਿਆ ਜਾ ਸਕਦਾ, ਉਹ ਸਰਬੱਤ ਖਾਲਸਿਆਂ 'ਚੋਂ ਵੇਖਿਆ ਜਾ ਸਕਦਾ, ਉਹ ਸਿੰਘੂ ਬਾਰਡਰ ਤੋਂ ਦੇਖਿਆ ਜਾ ਸਕਦਾ। ਉਹ ਜਦੋਂ ਕਿਧਰੇ ਇਸ ਖਿੱਤੇ ਦੀ ਗੱਲ ਹੋਊਗੀ ਉਦੋਂ ਹੀ ਉਹ ਨਜ਼ਰ ਆਊਗਾ। ਪਰ ਸਾਡੀਆਂ ਸਿਆਸੀ ਪਾਰਟੀਆਂ ਨੇ ਇਹਨੂੰ ਬਿਲਕੁਲ ਹੀ ਨਜ਼ਰਅੰਦਾਜ਼ ਕੀਤਾ ਜਾਂ ਉਹਨਾਂ ਨੇ ਇਸ ਫੈਕਟਰ ਨੂੰ ਤਵੱਜੋ ਹੀ ਨਹੀਂ ਦਿੱਤੀ, ਸਗੋਂ ਇਹਦੇ ਉਲਟ ਦਿਸ਼ਾ ਦੇ ਵਿੱਚ ਵਹਿ ਕੇ ਆਪਣਾ ਵੋਟ ਬੈਂਕ ਸਾਧਣ ਦੀ ਕੋਸ਼ਿਸ਼ ਕੀਤੀ। ਲੇਕਿਨ ਪੰਜਾਬ ਅਜੇ ਵੀ ਉਵੇਂ ਹੀ ਜਿਉਂਦਾ ਹੈ ਜਿਵੇਂ ਇਹ ਵਿਰਾਸਤ ਦੇ ਨਜ਼ਰੀਏ ਤੋਂ, ਇਤਿਹਾਸ ਦੇ ਨਜ਼ਰੀਏ ਤੋਂ ਜਿਉਂਦਾ ਰਿਹਾ। ਮੈਂ ਲੰਬੀ ਗੱਲ ਨਾ ਕਰਾਂ, ਦੋਨੇ ਵੱਡੇ ਪ੍ਰੋਫੈਸਰ ਨੇ। ਫਤਿਹਗੜ੍ਹ ਸਾਹਿਬ ਦੇ ਰਾਹਾਂ ਤੇ ਜਿਹੜਾ ਇਕੱਠ ਸੀ ਉਹਦੇ ਵਿੱਚ ਤੁਸੀਂ ਖਾੜਕੂਵਾਦ ਜਾਂ ਗਰਮ ਦਲੀਆਂ ਵਾਲਾ ਇਕੱਠ ਤਾਂ 2%, 5%, 1%, 0.% ਰੱਖ ਸਕਦੇ ਹੋ, ਲੇਕਿਨ ਉਹਦੇ ਚੋਂ ਬਹੁਤ ਧਾਰਾ ਪੰਜਾਬੀਅਤ ਨਾਲ ਔਰ ਸਿੱਖੀ ਨਾਲ, ਪੰਥ ਨਾਲ ਵਹਿੰਦੀ ਆ, ਜਿਹੜੀ ਮਿਹਨਤਕਸ਼ ਵੀ ਆ, ਕਿਰਤੀ ਵੀ ਆ, ਜਿਹੜੀ ਇਸ ਖਿੱਤੇ ਦਾ ਭਲਾ ਮੰਗਦੀ ਆ, ਸੁੱਖ ਮੰਗਦੀ ਆ, ਇਹਦੇ ਨਾਲ ਜਿਉਣਾ ਲੋਚਦੀ ਆ, ਇਸ ਖਿੱਤੇ ਦੇ ਸੰਘਰਸ਼ਾਂ 'ਚ ਯੋਗਦਾਨ ਪਾਉਂਦੀ ਆ। ਉਹ ਕਦੇ ਖਹਿਰੇ ਨਾਲ ਵੀ ਜਾ ਖਲੋਤੀ ਸੀ ਆਮ ਆਦਮੀ ਪਾਰਟੀ ਦੇ ਖਿਲਾਫ ਬਠਿੰਡੇ 'ਚ ਵਲੰਟੀਅਰ ਕਨਵੈਨਸ਼ਨ ਦੇ ਮੌਕੇ ਤੇ, ਔਰ ਵੱਖ-ਵੱਖ ਮੌਕਿਆਂ ਤੇ ਉਹ ਪ੍ਰਗਟ ਹੁੰਦੀ ਆ। ਪ੍ਰੋਫੈਸਰ ਸਾਹਿਬ ਅਕਾਲੀ ਦਲ ਲੰਬਰਦਾਰ ਸੀ ਇਸ ਧਾਰਾ ਦਾ, ਫਿਰ ਉਹ ਇਹਦੀ ਗੱਲ ਐਤਕੀ ਕਰਦਾ ਤਾਂ ਹੈ, ਲੇਕਿਨ ਇਸ ਧਾਰਾ ਨੂੰ ਉਹ ਜਿਉਂਦਾ ਦਿਖਾਉਣ 'ਚ ਨਾਕਾਮਯਾਬ ਰਹਿੰਦਾ ਹੈ। ਹੁਣ ਇਹ ਧਾਰਾ ਤਾਂ ਹੈ ਜਿਹਨੂੰ ਆਪਾਂ ਸੋਚਦੇ ਸੀ ਹੈ ਨਹੀਂ, ਪੰਥ ਵਾਲੀ ਗੱਲ ਮੁੱਕ ਗਈ, ਉਹ ਹੈਗੀ ਆ। ਉਹ ਹੁਣ ਜਿਸ ਰੂਪ 'ਚ ਅਸੀਂ ਦੇਖ ਵੀ ਰਹੇ ਆ, ਉਹਨੂੰ ਲੀਡਰਸ਼ਿਪ ਦੀ ਵੀ ਲੋੜ ਆ, ਉਹਨੂੰ ਚਿਹਰਿਆਂ ਦੀ ਲੋੜ ਆ। ਉਹ ਕਿਸ ਦਿਸ਼ਾ 'ਚ ਵਹੂਗੀ, ਉਹ ਅਜੇ ਉਵੇਂ ਹੀ ਆ ਜਿਵੇਂ ਇਤਿਹਾਸ ਵਿੱਚ ਦਹਾਕਿਆਂ ਤੋਂ ਚੱਲੀ ਆਉਂਦੀ ਆ। ਮੈਂ ਤੁਹਾਡੇ ਕੋਲ ਸਮਝਣੀ ਜੀ ਇਹ ਗੱਲ, ਪੰਜਾਬ ਨੂੰ ਜੇ ਪਰਿਭਾਸ਼ਿਤ ਕਰਨਾ ਹੋਵੇ ਤੇ ਇਸ ਧਾਰਾ ਤੋਂ ਬਿਨਾਂ ਕੀਤਾ ਨਹੀਂ ਜਾ ਸਕਦਾ। ਪ੍ਰੋਫੈਸਰ ਕੇਰ ਸਿੰਘ, ਮੇਰੇ ਕੋਲ ਲਫ਼ਜ਼ ਇੰਨੇ ਹੀ ਆ, ਮੁੱਕ ਗਿਆ, ਪਰ ਮੇਰੇ ਅੰਦਰ ਬਹੁਤ ਕੁਝ ਆ ਜਿਹਨੂੰ ਮੈਂ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਪਾ ਰਿਹਾ। ਹੁਣ ਮੈਨੂੰ ਦੱਸੋ ਇਸ ਤੋਂ ਬਾਅਦ ਮੈਂ ਬੋਲਣਾ ਹੈ। ਰੰਧਾਵਾ ਜੀ, ਤੁਸੀਂ ਬਹੁਤ ਕੇਂਦਰੀ ਮੁੱਦਾ ਜਿਹੜਾ ਹੈ ਅਜੋਕਾ ਪੰਜਾਬ ਨਾਲ ਜੁੜਿਆ ਹੋਇਆ ਛੇੜਿਆ, ਔਰ ਮੈਨੂੰ ਲੱਗਦਾ ਹੈ ਕਿ ਇਹ ਵਿਚਾਰ ਕਰਨਾ ਬਣਦਾ, ਗਹਿਨ ਵਿਚਾਰ ਦਾ ਮੁੱਦਾ ਹੈ ਇਹ। ਇਹਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ। ਚੰਗਾ ਕੀਤਾ ਤੁਸੀਂ ਇਹ ਕੇਂਦਰ ਵਿੱਚ ਲੈ ਆਂਦਾ। ਜਦੋਂ ਅਸੀਂ ਪੰਥਕ ਮੁੱਦਿਆਂ ਦੀ ਗੱਲ ਕਰਦੇ ਹਾਂ ਨਾ ਜੀ ਰੰਧਾਵਾ ਸਾਹਿਬ, ਤੇ ਇਹ ਮੈਨੂੰ ਲੱਗਦਾ ਹੈ ਕਿ ਇਸ ਖਿੱਤੇ ਦੀ, ਜਿਹਨੂੰ ਕਹੀਏ ਕਿ ਮੂਲ ਵਿਚਾਰਧਾਰਾ ਜਿਹੜੀ ਹੈ ਨਾ, ਸੱਭਿਆਚਾਰਕ ਚੂਲ ਦੀ ਗੱਲ ਆਪਾਂ ਕਰਦੇ ਹਾਂ, ਕੇਂਦਰ ਦੀ ਗੱਲ ਕਰਦੇ ਹਾਂ। ਇਸ ਖਿੱਤੇ ਦੀ ਜਿਹੜੀ ਆਪਾਂ ਕਹੀਏ ਕਿ ਸੱਭਿਆਚਾਰਕ ਲੀਡਰਸ਼ਿਪ ਜਿਹੜੀ ਹੈ, ਉਹ ਸਿੱਖ ਭਾਈਚਾਰੇ ਕੋਲ ਹੀ ਰਹੀ ਹੈ ਇਸ ਖਿੱਤੇ ਦੀ। ਉਹਦੇ ਕਈ ਕਾਰਨ ਹਨ, ਆਪਾਂ ਨੂੰ ਪਤਾ ਹੈ, ਉਹਦੇ ਵਿਸਤਾਰ ਵਿੱਚ ਆਪਾਂ ਨਹੀਂ ਜਾਂਦੇ। ਪਰ ਕਾਫੀ ਸਮੇਂ ਤੋਂ, ਔਰ ਖਾਸ ਕਰਕੇ 47 ਤੋਂ ਬਾਅਦ ਹੀ ਪੰਜਾਬ ਦੇ ਵਿੱਚ ਜੋ ਕੁਝ ਵੀ ਹੋਇਆ, ਜਿਹੜੀ ਵੀ ਲਹਿਰ ਚੱਲੀ ਹੈ, ਔਰ ਜਿਹੜੀ ਵੀ ਸਿਆਸਤ ਨੂੰ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਦੇ ਵਿੱਚ ਪੰਥਕ ਮੁੱਦੇ ਕੇਂਦਰ ਵਿੱਚ ਰਹੇ ਹਨ। ਉਹਨਾਂ ਨੂੰ ਲੈ ਕੇ ਹੀ ਸਿਆਸੀ ਜਿਹੜੀਆਂ ਲਹਿਰਾਂ ਉੱਠੀਆਂ ਔਰ ਸਿਆਸੀ ਜਿਹੜੀਆਂ ਮੂਵਮੈਂਟਸ ਚੱਲਦੀਆਂ ਰਹੀਆਂ, ਔਰ ਉਹਦੇ ਰਿਐਕਸ਼ਨ ਵਿੱਚ ਹੋਰ ਲਹਿਰਾਂ ਆਈਆਂ।
ਭਾਵੇਂ ਆਪਾਂ ਨੂੰ ਪਤਾ ਹੈ ਕਿ ਕੁਝ ਸਮਾਂ ਜਦੋਂ ਤੱਕ ਇਹ ਪੰਜਾਬੀ ਸੂਬਾ ਨਹੀਂ ਬਣਿਆ, ਉਦੋਂ ਇੱਥੇ ਵਸੋਂ ਦਾ ਤਵਾਜ਼ਨ ਭਾਵੇਂ ਹੋਰ ਸੀ ਤੇ ਸਿੱਖ ਮਾਈਨੋਰਿਟੀ ਸੀ, ਪਰ ਹਮੇਸ਼ਾ ਸਿੱਖ ਇਸ ਗੱਲ ਲਈ ਲੋਚਦਾ ਰਿਹਾ ਕਿ ਉਹ ਖਿੱਤਾ ਜਿਹਦੇ ਵਿੱਚ ਉਹਨਾਂ ਦੀ ਕੋਈ ਸਰਦਾਰੀ ਬਣੀ ਰਹੇ ਜਾਂ ਉਹਨਾਂ ਦੀ ਗੱਲ ਪੁੱਗਦੀ ਰਹੇ, ਉਹ ਖਿੱਤਾ ਕਾਇਮ ਹੋਣਾ ਚਾਹੀਦਾ, ਔਰ ਉਹ ਖਿੱਤਾ ਕਾਇਮ ਹੋ ਗਿਆ। ਆਪਾਂ ਨੂੰ ਪਤਾ ਇਹ ਪੰਜਾਬ ਦਾ। ਹੁਣ ਇਹ ਜਦੋਂ ਪੰਜਾਬ ਹੋਣ ਵਾਲਾ ਹੋ ਗਿਆ, ਹੋਂਦ ਵਿੱਚ ਆ ਗਿਆ, ਤੇ ਇਸ ਖਿੱਤੇ ਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦਰਕਨਾਰ ਨਹੀਂ ਕਰ ਸਕਦੇ ਕਿ ਇੱਕ ਬਹੁਤ ਐਕਟਿਵ ਮਾਈਨੋਰਿਟੀ ਜਿਹੜੀ ਭਾਰਤ ਪੱਧਰ ਤੇ ਹੈਗੀ ਆ ਔਰ ਇਸ ਖਿੱਤੇ ਦੇ ਵਿੱਚ ਮੈਜੋਰਿਟੀ ਹੈ, ਉਹਦੀ ਗੱਲ ਨਾ ਪੁੱਗੇ, ਇਹ ਸਿੱਖ ਮਾਨਸਿਕਤਾ ਨੂੰ ਪ੍ਰਵਾਨ ਨਹੀਂ ਹੈ। ਜਦੋਂ ਉਹਨੂੰ ਠੇਸ ਪਹੁੰਚਦੀ ਹੈ ਇਸ ਗੱਲ ਨੂੰ ਕਿ ਸਿੱਖ ਮਾਨਸਿਕਤਾ ਇਹ ਪ੍ਰਵਾਨ ਨਹੀਂ ਕਰਦੀ ਕਿ ਇਸ ਖਿੱਤੇ 'ਚ ਵੀ ਉਹਦੀ ਸੱਭਿਆਚਾਰਕ ਹੋਂਦ ਔਰ ਸੱਭਿਆਚਾਰਕ ਪਛਾਣ ਔਰ ਸੱਭਿਆਚਾਰਕ ਦ੍ਰਿਸ਼ਟੀਕੋਣ ਜਿਹੜੀ ਆ ਉਹਦੀ ਛਾਪ ਘਟਦੀ ਜਾ ਰਹੀ ਹੈ, ਤੇ ਉਹ ਤਰਲੋ ਮੱਛੀ ਹੁੰਦੀ ਹੈ ਇਹ ਮਾਨਸਿਕਤਾ। ਔਰ ਉਹਦੇ ਵਿੱਚੋਂ ਹੀ ਆਪਾਂ ਨੂੰ ਪਤਾ ਕਿ ਖਾੜਕੂਵਾਦ ਨਿਕਲਿਆ, ਔਰ 84 ਹੋਇਆ, ਆਪਾਂ ਨੂੰ ਪਤਾ ਦਿੱਲੀ ਹੋਇਆ, ਫਿਰ ਦੰਗੇ ਹੋਏ, ਔਰ ਉਹਦੇ ਵਿੱਚੋਂ ਆਪਾਂ ਨੂੰ ਪਤਾ ਜੋ ਸਮੱਸਿਆਵਾਂ ਪੈਦਾ ਹੋਈਆਂ। ਪਰ ਹੁਣ ਇਹਦੇ ਵਿੱਚੋਂ ਆਪਾਂ ਪੰਥ ਨੂੰ ਮਾਈਨਸ ਨਹੀਂ ਕਰ ਸਕਦੇ। ਇਹਦੇ ਨਾਲ ਲੱਗਦੀਆਂ 2-3 ਗੱਲਾਂ ਜਿਹੜੀਆਂ ਸਿਆਸੀ ਤੌਰ ਤੇ ਰੰਧਾਵਾ ਸਾਹਿਬ ਹੋਈਆਂ, ਉਹ ਧਿਆਨ ਵਿੱਚ ਰੱਖਣ ਦੀ ਲੋੜ ਹੈ। ਪਹਿਲੀ ਤੇ ਗੱਲ ਇਹ ਹੈ ਕਿ ਸਿਆਸਤ ਦੇ ਵਿੱਚ ਤਾਕਤ ਦੀ ਖੇਡ ਜਿਹੜੀ ਹੁੰਦੀ ਹੈ, ਉਹ ਜੋੜ ਤੋੜ ਬਿਨਾਂ ਸੰਭਵ ਨਹੀਂ। ਇਹ ਗੱਲ ਅਕਾਲੀਆਂ ਨੇ ਬੜੇ ਬਾਖੂਬੀ ਇਸ ਗੱਲ ਨੂੰ ਦੇਖ ਲਿਆ ਕਿ ਇਕੱਲੇ ਉਹ ਆਪਣੀ ਸਰਕਾਰ ਨਹੀਂ ਬਣਾ ਸਕਦੇ, ਉਹ ਖਾਸ ਹਾਲਾਤ ਵਿੱਚ ਹੀ ਬਣਦੀ ਹੈ ਜਦੋਂ ਕਿਤੇ ਲੋਕ ਮਾਨਸਿਕਤਾ ਵਿੱਚ ਉਭਾਰ ਹੋਵੇ ਔਰ ਇੱਕ ਜਿਹਨੂੰ ਕਹੀਏ ਨਾ ਆਦਰ ਪ੍ਰਤੀ ਇੱਕ ਖਾਸ ਕਿਸਮ ਦਾ ਦ੍ਰਿਸ਼ਟੀਕੋਣ ਪੈਦਾ ਹੋ ਜਾਏ ਔਰ ਆਪਣੇ ਆਪ ਨੂੰ ਇਕਜੁੱਟ ਕਰਨ ਦੀ। ਉਹ ਖਾਸ ਮੌਕਿਆਂ ਤੇ ਹੀ ਹੋਇਆ, ਪਰ ਆਮ ਤੌਰ ਤੇ ਆਪਾਂ ਦੇਖਿਆ ਕਿ ਇਹ ਸਿਆਸਤ ਦੇ ਵਿੱਚ ਤੁਸੀਂ ਇਕੱਲੇ ਸਿੱਖ ਵੋਟਰ ਨੂੰ ਆਧਾਰ ਵਿੱਚ ਰੱਖ ਕੇ ਤਾਕਤ ਵਿੱਚ ਨਹੀਂ ਆ ਸਕਦੇ। ਇਸ ਗੱਲ ਨੂੰ ਫੜਦਿਆਂ ਹੋਇਆਂ ਹੀ ਬਾਦਲ ਸਾਹਿਬ ਨੇ ਇਹ ਐਟੀਟਿਊਡ ਲੈ ਲਿਆ ਸੀ ਕਿ ਸਾਨੂੰ, ਜਿਸ ਤਰ੍ਹਾਂ ਉਹ ਕਹਿੰਦੇ ਆ ਕਿ ਬੀਜੇਪੀ ਨਾਲ ਏਕਤਾ, ਹਿੰਦੂ ਸਿੱਖ ਏਕਤਾ ਦੀ ਆਪਾਂ ਗੱਲ ਕਰਦੇ ਹਾਂ ਤੇ ਬੀਜੇਪੀ ਨਾਲ 9 ਮਾਸ ਦੇ ਰਿਸ਼ਤੇ ਦੀ ਗੱਲ ਕਰਦੇ ਨੇ, ਭਾਵੇਂ ਇਹ ਗੱਲ ਇਲੈਕਟੋਰਲ ਪੋਲਿਟਿਕਸ ਵਿੱਚ ਹੀ ਸਮਝੀ ਜਾ ਸਕਦੀ ਹੈ, ਪਰ ਇਹਦੇ ਵਿੱਚ ਇੱਕ ਗੱਲ ਹੋਰ ਦੂਸਰਾ ਪੱਖ ਵੀ ਹੈਗਾ ਰੰਧਾਵਾ ਸਾਹਿਬ, ਜੋ ਮੈਨੂੰ ਸਮਝ ਵਿੱਚ ਆਉਂਦਾ ਹੈ ਕਿ ਉਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਉਹ ਹੈਗਾ ਕਿ ਅਕਾਲੀ ਦਲ ਦੀ ਜਿਹੜੀ ਫੈਕਸ਼ਨਲਿਜ਼ਮ ਹੈ, ਇਹ ਜਿਹੜੀ ਗੁੱਟਬੰਦੀ ਹੈ, ਇਹਦੇ ਵਿੱਚੋਂ ਕੋਈ ਉਹ ਲੀਡਰ ਜਿਹੜਾ ਹੈ ਸਿਰਫ ਤੇ ਸਿਰਫ ਪੰਥਕ ਵੋਟਾਂ ਦੇ ਆਸਰੇ ਹੀ ਖੜਾ ਹੋਵੇ ਤਾਂ ਉਹ ਇੱਕ ਦੂਜੇ ਨੂੰ ਡੇਗਣ ਦੀ ਬਿਰਤੀ ਜਿਹੜੀ ਸਾਡੀ ਬੜੀ ਹੈਗੀ ਹੈ, ਇਹ ਕਮਿਊਨਿਟੀ ਦੀ ਕਹੋ ਘਾਟ ਸਮਝ ਲਓ, ਵਾਸ ਹੋਏ, ਕੋਈ ਕਿਸੇ ਨੂੰ ਲੀਡਰ ਮੰਨਦਾ ਹੀ ਨਹੀਂਗਾ ਜੀ। ਇਹਦੇ ਵਿੱਚ ਇਹ ਹੈ ਕਿ ਜੇ ਲੀਡਰ ਬਣ ਕੇ ਰਹਿਣਾ ਕਿ ਤੁਹਾਨੂੰ ਕੋਈ ਨਾ ਕੋਈ ਸਿੱਖ ਪੰਥ ਤੋਂ ਬਾਹਰ ਇੱਕ ਠੁੰਮਣੇ ਦੀ ਲੋੜ ਜ਼ਰੂਰ ਹੁੰਦੀ ਹੈ, ਇੱਕ ਸਹਾਇਤਾ ਦੀ, ਸਪੋਰਟ ਦੀ ਲੋੜ ਹੁੰਦੀ ਹੈ। ਔਰ ਮੈਨੂੰ ਲੱਗਦਾ ਹੈ ਕਿ ਬਾਦਲ ਸਾਹਿਬ ਨੇ ਇਸ ਗੱਲ ਨੂੰ ਬਾਖੂਬੀ ਭਾਂਪ ਲਿਆ ਕਿ ਜੇ ਉਹ ਸਰਵਾਈਵ ਕਰਨਾ ਚਾਹੁੰਦੇ ਆ ਸਿੱਖ ਸਿਆਸਤ ਵਿੱਚ, ਤਾਂ ਉਹਦੇ ਸਿੱਖ ਸਿਆਸਤ ਦੇ ਵਿੱਚ ਪੈਰ ਰੱਖ ਕੇ ਤੇ ਨਾਲ ਹੀ ਨਾਲ ਜਿਹੜਾ ਸਿੱਖ ਸਿਆਸਤ ਤੋਂ ਬਾਹਰ ਤਾਕਤਾਂ ਹੈਗੀਆਂ ਉਹਨਾਂ ਨਾਲ ਕਿਸ ਤਰ੍ਹਾਂ ਇੱਕ ਰਾਬਤਾ ਕਾਇਮ ਕਰਨਾ ਤਾਂ ਜੋ ਉਹਨਾਂ ਦੀ ਸਰਦਾਰੀ ਬਣੀ ਰਹੇ। ਸੋ ਇਹ ਫੈਕਟਰ ਸਾਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਸਿੱਖ ਫੈਕਸ਼ਨ, ਕਿਉਂਕਿ ਪੁੱਗਦੀ ਨਹੀਂ ਕਿ ਬਾਹਰਲੀ ਸਪੋਰਟ ਲੈਣੀ ਪੈਂਦੀ। ਦੂਸਰੀ ਗੱਲ ਰੰਧਾਵਾ ਸਾਹਿਬ ਜਿਹੜੀ ਮੈਨੂੰ ਲੱਗਦਾ ਕਿ ਧਿਆਨ ਵਿੱਚ ਰੱਖਣ ਦੀ ਲੋੜ ਇਹ ਹੈ ਕਿ ਜਦੋਂ ਹੁਣ ਸਿੱਖ ਮਾਨਸਿਕਤਾ ਦੀ ਆਪਾਂ ਗੱਲ ਕਰਦੇ ਹਾਂ ਕਿ ਕਾਂਗਰਸ ਨੇ ਇੰਨੇ ਧੱਕੇ ਕੀਤੇ ਸਾਡੇ ਨਾਲ, ਪਰ ਇਹਦੇ ਬਾਵਜੂਦ ਸਿੱਖ ਮਾਨਸਿਕਤਾ ਨੇ, ਜਦੋਂ ਕਾਂਗਰਸ ਦੇ ਵਿੱਚ ਅਜਿਹੀ ਲੀਡਰਸ਼ਿਪ ਪੈਦਾ ਹੋ ਗਈ ਜਿਹੜੀ ਸਿੱਖਾਂ ਪ੍ਰਤੀ ਨਰਮ ਗੋਸ਼ਾ ਰੱਖਦੀ ਸੀਗੀ, ਤੇ ਜਾਂ ਜਿਨ੍ਹਾਂ ਦਾ ਐਟੀਟਿਊਡ ਰੰਗ ਪੱਗ ਦਾ ਭਾਵੇਂ ਹੋਰ ਹੋਵੇ ਪਰ ਉਹਨਾਂ ਦਾ ਦ੍ਰਿਸ਼ਟੀਕੋਣ ਪੰਥਕ ਜਿਹਾ ਹੀ ਆਪਾਂ ਨੂੰ ਲੱਗਦਾ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਸੀ, ਤੇ ਸਿੱਖ ਮਾਨਸਿਕਤਾ ਨੇ ਉਹਨੂੰ ਐਕਸੈਪਟ ਕਰ ਲਿਆ, ਪ੍ਰਵਾਨ ਕਰ ਲਿਆ। ਪਰ ਜਦੋਂ ਆਪਾਂ ਬੀਜੇਪੀ ਦੀ ਗੱਲ ਕਰਦੇ ਆ, ਹੁਣ ਇਹਦੇ ਪ੍ਰਤੀ ਤੁਸੀਂ ਵਿਡੰਬਨਾ ਜ਼ਰੂਰ ਦੇਖੋ ਕਿ ਬੀਜੇਪੀ ਦੇ ਪ੍ਰਤੀ ਸਿੱਖ ਮਾਨਸਿਕਤਾ ਜਿਹੜੀ ਹੈ ਉਹਦੇ ਵਿੱਚ ਕੁਐਸਚਨ ਮਾਰਕ ਹੈ, ਸਵਾਲੀਆ ਫਿਕਰਾ ਲੱਗਿਆ ਹੋਇਆ। ਪਰ ਇਹਦੇ ਬਾਵਜੂਦ ਸਿਆਸੀ ਲੀਡਰਸ਼ਿਪ ਧੜਾ ਧੜ ਬੀਜੇਪੀ ਵੱਲ ਜਾ ਰਹੀ ਹੈ। ਹੁਣ ਇਹਨੂੰ ਆਪਾਂ ਕਿਵੇਂ ਸਮਝੀਏ?
ਕਿ ਸਿੱਖ ਮਾਨਸਿਕਤਾ ਔਰ ਕਿਸਾਨੀ ਲਹਿਰ ਵੀ ਜਿਹੜੀ ਹੁਣ ਆਪਣੀ ਚੱਲੀ ਪਿੱਛੇ ਮੋਰਚਾ ਲੱਗਿਆ ਰਿਹਾ, ਉਹਦੇ ਕਰਕੇ ਵੀ ਸਿੱਖ ਮਾਨਸਿਕਤਾ ਦੇ ਵਿੱਚ ਤੇ ਸਵਾਲੀਆ ਫਿਕਰੇ ਹਨ ਬੀਜੇਪੀ ਪ੍ਰਤੀ। ਪਰ ਸਿੱਖ ਲੀਡਰਸ਼ਿਪ ਜਿਹੜੀ ਸਿਆਸੀ ਲੀਡਰਸ਼ਿਪ ਹੈ ਉਹਨੂੰ ਕੋਈ ਗੁਰੇਜ਼ ਨਹੀਂ। ਯਾਨੀ ਕਿ ਤੁਸੀਂ ਉਹਨਾਂ ਦਾ ਪਿਛੋਕੜ ਦੇਖੋ, ਖਾਲਿਸਤਾਨੀ ਪਿਛੋਕੜ ਵਾਲੇ, ਸਿੱਖ ਸਟੂਡੈਂਟ ਫੈਡਰੇਸ਼ਨ ਵਾਲੇ, ਉਹ ਬੰਦੇ ਵੀ ਬੀਜੇਪੀ ਦੇ ਵਿੱਚ ਧੜਾ ਧੜ ਜਾ ਰਹੇ, ਬਿਊਰੋਕ੍ਰੇਸੀ ਵਾਲੇ ਜਾ ਰਹੇ ਆ, ਅਕਾਲੀ ਦਲ ਦੀਆਂ ਫੈਕਸ਼ਨ ਜਾ ਰਹੀਆਂ, ਜਿਹੜੇ ਆਪਣੇ ਅਕਾਲੀ ਦਲ ਨੂੰ ਟੁੱਟ ਕੇ ਗਏ ਤੇ ਇਸੇ ਮੁੱਦੇ ਤੇ ਕਿ ਪੰਥਕ ਸਿਆਸਤ ਨੂੰ ਇਹਨਾਂ ਨੇ ਛੱਡ ਦਿੱਤਾ ਹੈ। ਤੁਹਾਨੂੰ ਪਤਾ ਹੀ ਉਹਨਾਂ ਦਾ ਨਾਂ ਲੈਣ ਦੀ ਲੋੜ ਨਹੀਂ, ਉਹ ਵੀ ਹੁਣ ਬੀਜੇਪੀ ਦੇ ਨਾਲ ਉਹਨਾਂ ਨੇ ਸਮਝੌਤਾ ਕਰ ਲਿਆ। ਕਹਿਣ ਤੋਂ ਮਤਲਬ ਇਹ ਹੈ ਰੰਧਾਵਾ ਸਾਹਿਬ ਕਿ ਸਿੱਖ ਮਾਨਸਿਕਤਾ ਤੇ ਸਿੱਖ ਸਿਆਸੀ ਲੀਡਰਸ਼ਿਪ ਜਿਹੜੀ ਹੈ ਨਾ, ਅਜੇ ਉਹਨਾਂ ਵਿੱਚ ਇੱਕ ਸੁਰਤਾ ਜੀ ਨਜ਼ਰ ਨਹੀਂ ਆਉਂਦੀ। ਉਹ ਤਾਕਤ ਦੀ ਖੇਡ ਜਿਹੜੀ ਹੈ, ਤਾਕਤ ਦੀ ਖੇਡ ਦੇ ਵਿੱਚ ਬੀਜੇਪੀ ਦੇ ਵਿੱਚ ਜਾਣਾ ਉਹ ਹੋਰ ਤਰ੍ਹਾਂ ਦੀ ਸਮੱਸਿਆ ਹੈ। ਪਰ ਸਿੱਖ ਮਾਨਸਿਕਤਾ ਜਿਹੜੀ ਹੈ ਅਜੇ ਵੀ ਬੀਜੇਪੀ ਪ੍ਰਤੀ ਸਵਾਲੀਆ ਫਿਕਰੇ ਲਈ ਫਿਰਦੀ ਹੈ। ਕਾਂਗਰਸ ਪ੍ਰਤੀ ਉਹਨਾਂ ਦੀ ਸਵਾਲੀਆ ਫਿਕਰੇ ਹੋਣ ਦੇ ਬਾਵਜੂਦ ਵੀ ਉਹਨੂੰ ਉਹ ਡਿਪੈਂਡ ਕਰਦਾ ਵੀ ਕਿਸ ਕਿਸਮ ਦੀ ਲੀਡਰਸ਼ਿਪ ਹੈ, ਕਿਉਂਕਿ ਬੀਜੇਪੀ ਪ੍ਰਤੀ ਇੱਕ ਇਹ ਧਾਰਨਾ ਬਣ ਚੁੱਕੀ ਹੈ ਕਿ ਸੱਭਿਆਚਾਰਕ ਤੌਰ ਤੇ ਇਹ ਸਿੱਖ ਸੱਭਿਆਚਾਰ ਲਈ ਬਹੁਤ ਵੱਡਾ ਖਤਰਾ ਹੈ। ਇਹ ਮਾਨਸਿਕਤਾ ਵਿੱਚ ਗੱਲ ਰੰਧਾਵਾ ਸਾਹਿਬ ਆ ਗਈ ਹੋਈ ਹੈ। ਕਾਂਗਰਸ ਤੋਂ ਇਹ ਡਰ ਨਹੀਂ ਲੱਗਦਾ ਸਿੱਖਾਂ ਨੂੰ, ਪਰ ਬੀਜੇਪੀ ਤੋਂ, RSS ਤੋਂ ਇਹ ਡਰ ਉਹਨਾਂ ਨੂੰ ਮਹਿਸੂਸ ਹੁੰਦਾ ਹੈ। ਇਹ ਡਰ ਜਿੰਨਾ ਚਿਰ ਦੂਰ ਬੀਜੇਪੀ ਨਹੀਂ ਕਰਦੀ ਉਹਨਾਂ ਚਿਰ ਸਮੱਸਿਆ ਇੱਥੇ ਬਣੀ ਰਹਿਣੀ ਆ। ਸੋ ਕੁੱਲ ਮਿਲਾ ਕੇ ਮੈਂ ਕਹਿਣਾ ਇਹ ਚਾਹੁੰਦਾ ਰੰਧਾਵਾ ਸਾਹਿਬ, ਮੁੱਢਲੀ ਮੇਰੀ ਟਿੱਪਣੀ ਇਹੀ ਹੋਏਗੀ ਕਿ ਅਕਾਲੀ ਦਲ ਕਿਸੇ ਵੀ ਤਰ੍ਹਾਂ ਆਪਣੇ ਪੰਥਕ ਮੁੱਦਿਆਂ ਤੋਂ ਪਾਸਾ ਮੋੜ ਨਹੀਂ ਸਕਦਾ। ਉਹਨੂੰ ਆਪਣਾ ਆਧਾਰ ਹੈ ਇਹਦਾ। ਜੇ ਆਧਾਰ ਹੀ ਛੱਡ ਜਾਂਦਾ ਹੈ ਤੇ ਫਿਰ ਉਹ ਬੇਗਾਨਿਆਂ ਦੇ ਨਾਲ, ਦੂਸਰਿਆਂ ਨਾਲ ਕਿਵੇਂ ਲੜੇਗਾ ਜੇ ਉਹਨਾਂ ਦੇ ਆਪਣੇ ਹੀ ਪੱਲੇ ਆਪਣੇ ਕੁਛ ਨਾ ਕੁਛ ਹੋਣਾ ਪਏਗਾ। ਜੀ ਮੈਂ ਪ੍ਰੋਫੈਸਰ ਸਾਹਿਬ, ਜੇ ਤੁਸੀਂ ਮੈਨੂੰ ਆਗਿਆ ਦਿਓ ਗੱਲ ਇਸ ਤੋਂ ਪਹਿਲਾਂ ਕਿ ਆਪਾਂ ਹੋਰ ਲੰਬੀ ਕਰੀਏ, ਮੈਂ ਚਾਹੁੰਦਾ ਕਿ ਅਸੀਂ ਇਸ ਬਹਿਸ ਦੇ ਵਿੱਚ, ਇਸ ਚਰਚਾ ਦੇ ਵਿੱਚ ਸਰਦਾਰ ਸਾਹਿਬ ਨੂੰ ਜੋੜ ਲਈਏ, ਸਰਦਾਰ ਬਲਕਾਰ ਸਿੰਘ ਹੋਰਾਂ ਨੂੰ। ਸਰਦਾਰ ਬਲਕਾਰ ਸਿੰਘ, ਜਿਹੜੀ ਗੱਲ ਡਾਕਟਰ ਕੇਰ ਸਿੰਘ ਕਰ ਰਹੇ ਨੇ, ਜੇ ਮੈਂ ਇਹਨੂੰ ਇਵੇਂ ਸਮਝਾਂ ਕਿ ਸੱਤਾ ਲਈ ਸਾਡੀ ਸਿੱਖ ਲੀਡਰਸ਼ਿਪ ਕੋਈ ਗੁਰੇਜ਼ ਨਹੀਂ ਕਰਦੀ ਕਿ ਉਹ ਆਈਡੀਓਲੋਜੀਕਲੀ, ਵਿਚਾਰਧਾਰਕ ਤੌਰ ਤੇ ਕਿੱਥੇ ਜਾ ਕੇ ਬਹੂਗੀ, ਉਹਦੀ ਆਪਣੀ ਵਿਚਾਰਧਾਰਾ ਕੀ ਹੈ, ਜਾਂ ਉਹਨਾਂ ਦਾ ਅਤੀਤ ਵਿੱਚ ਇਸ ਤਰ੍ਹਾਂ ਦੀ ਵਿਚਾਰਧਾਰਾ ਪ੍ਰਤੀ ਰਵੱਈਆ ਕੀ ਰਿਹਾ। ਲੇਕਿਨ ਮੈਂ ਜੇ ਇਹਨੂੰ ਦੂਜੇ ਐਂਗਲ ਤੋਂ ਦੇਖਾਂ ਕਿ ਸੱਤਾ ਹਥਿਆਉਣ ਲਈ ਭਾਵੇਂ ਕਾਂਗਰਸ, ਬੀਜੇਪੀ ਜਾਂ ਅਕਾਲੀ ਦਲ ਵੀ, ਉਹਨਾਂ ਨੂੰ ਦੂਜੀਆਂ ਪਾਰਟੀਆਂ ਦੀ ਲੋੜ ਤਾਂ ਰਹਿੰਦੀ ਆ, ਉੱਥੇ ਗੁਰੇਜ਼ ਹੈ ਨਹੀਂ ਕਿਸੇ ਨੂੰ। ਲੇਕਿਨ ਜਿਹੜੀ ਪੰਥਕ ਧਾਰਾ ਹੈ ਉਹਨੂੰ ਸੱਤਾ ਵਾਲੀ ਧਾਰਾ ਨਾਲੋਂ ਅਲੱਗ ਕਰਕੇ ਜੇ ਵੇਖਿਆ ਜਾਵੇ ਤਾਂ ਉਹ ਸਿਰਫ ਅਕਾਲੀ ਦਲ ਦੇ ਹਿੱਸੇ ਆਉਂਦੀ ਸੀ। ਇਹਨਾਂ ਦਾ ਵੋਟ ਬੈਂਕ ਸੀ, ਇਹੀ ਇਹਨਾਂ ਦੇ ਪ੍ਰਤੀਸ਼ਤਾਂ ਨੂੰ ਅੱਗੇ ਵਧਾਉਂਦਾ ਸੀ ਵੀ ਘਰੋਂ 20-25% ਪੰਥਕ ਵੋਟ ਲੈ ਕੇ ਤੁਰਨਾ। ਇਹ ਪੱਕੇ ਲੋਕ ਜਿਹੜੇ ਕਹਿੰਦੇ ਸੀ ਪਾਉਣੀ ਪੰਥ ਨੂੰ ਆ। ਮੈਂ ਪ੍ਰੋਫੈਸਰ ਸਾਹਿਬ ਇਹ ਸਮਝਦਾ ਹੈ ਕਿ ਅਕਾਲੀ ਦਲ ਜੇ ਸਿਰਫ ਇਸ ਖਾਸੇ ਦੇ ਨਾਲ, ਸਿਰਫ ਇਸ ਖਾਸੇ ਨਾਲ, ਹੁਣ ਮੈਂ ਇਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਇਹਨੂੰ ਪੰਜਾਬੀ ਪਾਰਟੀ 'ਚ ਤਬਦੀਲ ਕਰਦੇ ਆ ਤੇ ਉਦੋਂ ਉਹ ਆਪਣੇ ਵੱਲੋਂ ਤਾਂ ਸੰਵਿਧਾਨਕ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਆ, ਪਰ ਬੁਨਿਆਦ ਉੱਥੇ ਹੀ ਖੜੀ ਰਹੀ। ਅੱਜ ਮੈਂ ਇਹ ਸਵਾਲ ਖੜਾ ਕਰਦਾ ਹਾਂ, ਜੇ ਅਕਾਲੀ ਦਲ ਆਪਣੇ 25% ਨਾਲ 10% ਦਾ ਹੋਰ ਦਾ ਸੌਦਾ ਕਰਦਾ ਬੀਜੇਪੀ ਦੇ ਰੂਪ 'ਚ, ਕਿਸੇ ਹੋਰ ਧਿਰ ਨਾਲ ਵੀ ਜਾਂਦਾ, ਉਹਨੂੰ ਦੂਜੀਆਂ ਧਰਾਵਾਂ ਦੀ ਵੋਟ ਲੈਣ 'ਚ ਮੁਸ਼ਕਿਲ ਨਹੀਂ ਸੀ ਹੋਣੀ। ਲੇਕਿਨ ਉਹ ਆਪਣੇ ਲੋਕਾਂ ਨੂੰ ਉਹਨਾਂ ਤੋਂ ਦੂਰੀ ਉਹਦੀ ਨਾ ਬਣਦੀ ਤਾਂ ਗੱਲ ਕੁਝ ਹੋਰ ਹੁੰਦੀ। ਮੈਨੂੰ ਲੱਗਦਾ ਕਿ ਪਿਛਲੇ 5 ਸਾਲਾਂ ਦੇ ਵਿੱਚ ਉਹ ਪੰਥਕ ਧਿਰ ਅਕਾਲੀ ਦਲ ਤੋਂ ਜ਼ਿਆਦਾ ਦੂਰੀ ਬਣਾ ਗਈ। ਤੇ ਜੇ ਐਤਕੀ ਹੁਣ ਵਾਲੀ ਇਲੈਕਸ਼ਨ ਦੇ ਵਿੱਚ ਜਿਹੜੇ ਰੌਲੇ ਪਏ ਆ ਡੇਰਿਆਂ ਵਾਲੇ, ਇਸ ਤੋਂ ਬਾਅਦ ਅਗਲੇ 5 ਸਾਲ ਇੰਤਜ਼ਾਰ ਕਰਨਾ ਪੈ ਗਿਆ, ਤਾਂ ਲੀਡਰਸ਼ਿਪ ਤੁਹਾਨੂੰ ਲੱਗਦਾ ਪੰਥ ਨੂੰ ਕੋਈ ਹੋਰ, ਜਿਵੇਂ ਅੱਜ ਕੱਲ ਮਾਨ ਸਾਹਿਬ ਦਾ ਜ਼ਿਕਰ ਹੋਈ ਜਾਂਦਾ, ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਲਗਭਗ ਹਾਸ਼ੀਏ ਤੇ ਸੀਗੇ, ਉਹਨਾਂ ਨੂੰ ਹਰੇਕ ਜ਼ਮਾਨਤ ਜ਼ਬਤ ਕਰਾਉਣੀ ਪੈ ਰਹੀ ਸੀ। ਈਵਨ ਕਾਫੀ ਇਲੈਕਸ਼ਨਸ ਦੇ ਵਿੱਚ ਉਹ ਕਹਿੰਦੇ ਵੀ ਆ ਕਿ ਮੇਰੀ ਕੌਮ ਨਹੀਂ ਮੈਨੂੰ ਚਾਹੁੰਦੀ, ਮੈਂ ਕੀ ਕਰਾਂ। ਕੌਮ ਦੀ ਗੱਲ ਨਹੀਂ ਹੈ, ਇਸ ਵੇਲੇ ਲੀਡਰਸ਼ਿਪ ਨੇ ਆਪਣੇ ਰੰਗ ਸਰੂਪ ਬਦਲੇ। ਮੈਂ ਇਹਦੇ ਤੇ ਹੁਣ ਹੋਰ ਕੀ ਕਵਾਂ, ਟਿੱਪਣੀ ਤੁਹਾਡੀ ਚਾਹੀਦੀ ਆ। ਅਕਾਲੀ ਦਲ ਇਹ ਤੋਂ ਬਿਨਾਂ ਜਿਉਂਦਾ ਰਹਿ ਸਕਦਾ ਇਸ ਧਾਰਾ ਤੋਂ ਬਿਨਾਂ? ਨਵਾਂ ਸਾਹਿਬ, ਤੁਸੀਂ ਇਹ ਜਿਹੜੀ ਸਵਾਲ ਪੈਦਾ ਕੀਤਾ ਨਾ, ਇਹ ਬਹੁਤ ਵਧੀਆ ਹੈ। ਤੁਸੀਂ ਮੁੱਢ ਵਿੱਚ ਜਿਹੜੀ ਫਤਿਹਗੜ੍ਹ ਸਾਹਿਬ ਦੇ ਹਵਾਲੇ ਨਾਲ ਉੱਥੇ ਇਕੱਠੇ ਹੋਏ ਪੰਥਕ ਇਕੱਠ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਸੀਗਾ। ਮੈਂ ਸਮਝਦਾ ਕੇਰ ਸਿੰਘ ਜਿਹੜੀ ਗੱਲ ਕਹਿ ਰਿਹਾ
ਉਹ ਪੋਲੀਟੀਕਲ ਐਂਗਲ ਤੋਂ ਇੱਕ ਐਨਾਲਿਸਿਸ ਕਰ ਰਿਹਾ ਹੈ ਤੇ ਉਹਦੇ ਨਾਲ ਮੈਂ ਸਮਝਣ ਐਗਜ਼ਿਸਟੈਂਸ਼ੀਅਲ ਸਿਚੁਏਸ਼ਨ ਇਹੋ ਹੀ ਹੋਏਗੀ। ਪਰ ਉਹਨਾਂ ਨੇ ਕਨਕਲੂਡ ਜਿੱਥੇ ਕੀਤਾ ਸੀਗਾ ਕਿ ਮੈਂ ਅਕਾਲੀ ਦਲ ਪੰਥਕਤਾ ਤੋਂ ਬਿਨਾ ਜਿੰਦਾ ਨਹੀਂ ਰਹਿ ਸਕਦਾ, ਮੈਂ ਇਥੋਂ ਗੱਲ ਸ਼ੁਰੂ ਕਰਨਾ ਚਾਹੁੰਦਾ। ਮੈਂ ਗੱਲ ਮਤਲਬ ਪਹਿਲੋਂ ਕਿਉਂਕਿ ਮੈਂ ਪੋਲੀਟੀਕਲ ਐਨਾਲਿਸਟ ਨਹੀਂ ਹਾਂ ਉਸ ਤਰ੍ਹਾਂ ਦਾ, ਮੈਨੂੰ ਉਹਦੀ ਸਮਝ ਵੀ ਨਹੀਂ ਹੈ ਉਸ ਤਰ੍ਹਾਂ ਦੀ, ਪਰ ਮੈਨੂੰ ਸਿੱਖ ਦੇ ਤੌਰ ਤੇ ਸਮਝ ਹੈ ਕਿ ਮੈਂ ਉਹਨੂੰ ਕਿਵੇਂ ਕਿਸ ਐਂਗਲ ਤੋਂ ਲੈ ਰਿਹਾ ਜਾਂ ਉਹਨੂੰ ਸਿੱਖ ਨੂੰ ਪੰਥਕ ਤੌਰ ਤੇ ਸਮਝ ਲਓ। ਮੈਂ ਸਮਝਦਾ ਕਿ ਪੰਥਕਤਾ, ਪੰਥਕ ਭਾਈਚਾਰਾ, ਪੰਥਕ ਜਜ਼ਬਾ ਅਤੇ ਪੰਥਕ ਸਿਆਸਤ ਇੱਕ ਨਹੀਂ ਹਨ। ਇਹ ਸਾਰੀਆਂ ਪਰਤਾਂ ਨੇ। ਉਹਦੇ ਵਿੱਚੋਂ ਕੱਲੀ ਅਸੀਂ ਪੰਥਕ ਸਿਆਸਤ ਨੂੰ ਲੈ ਕੇ ਗੱਲ ਕਰੀ ਜਾ ਰਹੇ ਹਾਂ। ਜਿਹੜੀ ਗੱਲ ਦਾ ਤੁਸੀਂ ਹਵਾਲਾ ਦਿੱਤਾ ਸੀ, ਸ਼ੁਰੂ ਕੀਤਾ ਸੀ ਫਤਿਹਗੜ੍ਹ ਵਾਲੇ ਇਕੱਠ ਤੋਂ, ਉਹ ਪੰਥਕ ਜਜ਼ਬਾ ਸੀ। ਪੰਥਕ ਜਜ਼ਬੇ ਦੀ ਜਿਹੜੀ ਹੈ ਨਾ, ਉਹਦੇ ਵਿੱਚ ਹੁਣ ਹੋਇਆ ਕੀ ਹੈ, ਪੰਥਕ ਜਜ਼ਬਾ ਜਿਹੜਾ ਹੈ ਉਹ ਤੇ ਲਗਾਤਾਰ ਗੁਰਦੁਆਰਾ ਸੁਧਾਰ ਲੈਣ ਤੋਂ ਬਾਅਦ ਅਕਾਲੀ ਦਲ ਬਣਨ ਵੇਲੇ ਤੋਂ ਲਾ ਕੇ ਸ਼੍ਰੋਮਣੀ ਕਮੇਟੀ ਬਣਨ ਵੇਲੇ ਤੋਂ ਲੈ ਕੇ ਉਹ ਪੰਥਕ ਜਜ਼ਬਾ ਜਿਹੜਾ ਆਪਰੇਟਿਵ ਰਿਹਾ ਹੈ, ਮਤਲਬ ਚੱਲਦਾ ਰਿਹਾ ਹੈ। ਪਰ ਮੈਂ ਸਮਝਦਾ ਇਹ ਹਾਂ ਕਿ ਜਿਹੜੀਆਂ ਹੁਣ ਅਕਾਲੀ ਦਲ ਦੇ ਅਕਾਲੀ ਸਿਆਸਤ ਜਿਹੜੀ ਆ ਆਜ਼ਾਦ ਭਾਰਤ ਵਿੱਚ, ਉਹ ਬਾਦਲ ਸਾਹਿਬ ਤੱਕ ਪਹੁੰਚਦਿਆਂ ਨਾ ਪੰਥਕ ਰਹੀ ਨਾ ਸਿਆਸਤ ਰਹੀ। ਫਿਰ ਪੰਥਕ ਸਿਆਸਤ ਦਾ ਕੋਈ ਮਾਮਲਾ ਹੀ ਰਿਹਾ। ਉਹਦਾ ਕਾਰਨ ਜਿਹੜਾ ਹੈ ਉਹ ਵਿਧਾਨ ਹੋ ਸਕਦਾ ਹੈ ਵੀ ਤੁਸੀਂ ਧਰਮ ਨੂੰ ਲੈ ਕੇ ਨਹੀਂ ਕਰ ਸਕਦੇ। ਉਹਨਾਂ ਹੁਣੇ ਜ਼ਮਾਨਤ ਲਈ ਹੈ ਨਵੀਂ ਉਹਦੇ ਵਿੱਚੋਂ। ਹੁਣ ਇਹ ਜਿਹੜੀ ਗੱਲ ਹੈ ਨਾ, ਇਹਦੇ ਨਾਲ ਨਿਭਣ ਵਾਸਤੇ ਕਿਹਦੇ ਨਾਲ ਕਿਹਨੇ ਜਾਣਾ ਹੈ, ਕਿਹਨੇ ਰਾਜ ਕਰਨਾ ਹੈ, ਉਹਦੀ ਮੈਂ ਸਮਝਦਾ ਕਿ ਜਿਹੜੀ ਗੱਲ ਤੁਸੀਂ ਉਹਦੇ ਵਿੱਚ ਕਹੀ ਨਾ, ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ, ਇਹ ਹੈ ਜਜ਼ਬਾ। ਇਹ ਜਜ਼ਬਾ ਹੈ। ਇਸ ਜਜ਼ਬੇ ਦੇ ਇਰਦ ਗਿਰਦ ਹੀ ਮਤਲਬ ਪੰਥਕ ਸਿਆਸਤ ਨੇ ਉਸਰਨਾ ਹੈ। ਜੇ ਇਸ ਜਜ਼ਬੇ ਨੂੰ ਪੰਥਕ ਸਿਆਸਤ ਆਪਣਾ ਖਾਜਾ ਬਣਾਏਗੀ, ਆਪਣਾ ਸਾਧਨ ਬਣਾਏਗੀ, ਜਾਂ ਇਹਦੇ ਤੇ ਸਵਾਰ ਹੋ ਕੇ ਅੱਗੇ ਚੱਲੇਗੀ, ਤੇ ਫਿਰ ਮਤਲਬ ਉਹੀ ਹੋਏਗਾ ਜੋ ਬਾਦਲ ਪਰਿਵਾਰ ਦੇ ਅਗਵਾਈ ਵਿੱਚ ਹੋਇਆ, ਬਾਦਲ ਸਾਹਿਬ ਦੀ ਅਗਵਾਈ ਵਿੱਚ ਹੋਇਆ। ਮੈਂ ਇਹ ਕਹਿਣਾ ਚਾਹੁੰਦਾ। ਮੈਂ ਸਮਝਦਾ ਇਹ ਹਾਂ ਕਿ ਇਹਦੇ ਵਿੱਚ ਜਿਹੜੀ ਖਾਲਿਸਤਾਨੀ ਪੋਲਿਟਿਕਸ ਹੈ ਉਹਦੀ ਵੀ ਇੱਕ ਰੰਗ ਨਹੀਂ ਰਿਹਾ। ਤੁਸੀਂ ਮਾਨ ਦੀ ਗੱਲ ਕਰਦੇ ਹੋ, ਉਹਦਾ ਅਲੱਗ ਕਿਸਮ ਦਾ ਗੱਲ ਹੈ। ਅਜਮੇਰ ਹੋਣੀ ਜਿਹੜੇ ਨੇ ਖਾਲਿਸਤਾਨ ਨੂੰ ਅਲੱਗ ਸਮਝਣ ਨੇ, ਅੱਜ ਕੱਲ੍ਹ ਨਵਾਂ ਐਂਗਲ ਆ ਗਿਆ ਹੈ। ਔਰ ਕਰਮਜੀਤ ਹੋਣੀ ਅੱਜ ਅੱਡ ਸਮਝਦੇ ਨੇ, ਔਰ ਜਿਹੜਾ ਪੰਨੂ ਹੈ ਉੱਥੇ ਉਹ ਬਿਲਕੁਲ ਹੀ ਅੱਡ ਸਮਝਦਾ ਹੈ। ਤੇ ਉਹ ਸਾਰੇ ਜਿਹੜੇ ਨੇ ਨਾ, ਉਹਦੀ ਮਤਲਬ ਸਾਰਿਆਂ ਦੀ ਇਹ ਤੋਂ ਟੋਟਲ ਤੋਂ ਸਾਨੂੰ ਮੈਨੂੰ ਨਿਕਲਦਾ ਇਹ ਲੱਗਦਾ ਹੈ ਕਿ ਜਿਹੜੀ ਸਿੱਖ ਸਿਆਸਤ ਨੂੰ ਜਦੋਂ ਪੰਥਕ ਹਵਾਲੇ ਨਾਲ ਕੇਵਲ ਤੇ ਕੇਵਲ ਉਦੋਂ ਆਉਂਦੇ ਨੇ ਜਦੋਂ ਪੰਥ ਨੂੰ ਖਤਰਾ ਵਿੱਚ ਵਾੜਨਾ ਚਾਹੁੰਦੇ ਨੇ। ਮੈਂ ਲਾਵਾ ਸਾਹਿਬ ਕੇਰ ਸਿੰਘ ਦੇ ਨਾਲ ਮਤਲਬ ਦੇ ਹਾਜ਼ਰੀ ਵਿੱਚ ਇਹ ਕਹਿਣਾ ਚਾਹੁੰਦਾ ਕਿ ਇਹ ਪੰਥਕ ਜਿਹੜਾ ਜਜ਼ਬਾ ਹੈ, ਇਹਨੂੰ ਵੰਗਾਰਾਂ ਤੇ ਰਹੀਆਂ ਨੇ, ਹਡਲ ਤੇ ਰਹੀਆਂ ਨੇ, ਪਰ ਇਹਨੂੰ ਖਤਰਾ ਉਸ ਤਰ੍ਹਾਂ ਕਦੇ ਨਹੀਂ ਰਿਹਾ, ਕਿਉਂਕਿ ਇਹ ਜਿਵੇਂ ਜੋ ਮਤਲਬ ਮੈਨੂੰ ਵੜਦਾ ਹੀ ਦੂਨ ਸਵਾਏ ਹੋਏ ਜਜ਼ਬਾ ਇਹ ਹੈ। ਇਹ ਜਜ਼ਬਾ ਜਿਹੜਾ ਹੈ ਉਹ ਸਿੱਖ ਸਿਆਸਤ ਨੇ ਮਾਰ ਦਿੱਤਾ ਹੈ। ਮੈਂ ਸਿੱਖ ਸਿਆਸਤ ਦਾ ਇਕੱਲੇ ਨਹੀਂ, ਕਰਕੇ ਬਾਦਲ ਨੇ ਨਹੀਂ ਮਾਰਿਆ, ਹਰ ਸਿੱਖ ਸਿਆਸਤਦਾਨ ਨੇ ਮਾਰਿਆ। ਉਹ ਕਿਸੇ ਵੀ ਰੰਗ ਵਿੱਚ ਸਾਹਮਣੇ ਆਇਆ ਜਿਹੜੀ ਗੱਲ ਹੈ ਸੀ। ਇਹਦੇ ਚੋਂ ਜਿਹੜੀ ਸਪੇਸ ਪੈਦਾ ਹੋ ਗਈ ਹੈ ਨਾ, ਹੁਣ ਉਸ ਸਪੇਸ ਵਿੱਚ ਤੁਸੀਂ ਸਵਾਲ ਕਰ ਰਹੇ ਹੋ ਵੀ ਅਸੀਂ ਮਤਲਬ ਜਜ਼ਬੇ ਨੂੰ ਕਾਇਮ ਕਿਵੇਂ ਰੱਖ ਸਕਦੇ ਹਾਂ। ਮੈਂ ਸਮਝ ਆਇਆ ਕਿ ਜਜ਼ਬੇ ਨਹੀਂ ਜਜ਼ਬਾ ਤਾਂ ਕਾਇਮ ਆ। ਦੇਖੋ ਜਜ਼ਬਾ ਤਾਂ ਕਾਇਮ ਆ, ਪਰ ਉਹ ਲੀਡਰਸ਼ਿਪ ਦਾ ਖੜਾ ਜਿਹੜਾ ਹੈ ਉਹ ਹੁਣ ਇਹ ਜਜ਼ਬਾ ਲੀਡਰਸ਼ਿਪ ਆਪ ਪੈਦਾ ਕਰੂਗਾ, ਜਾਂ ਇਸ ਜਜ਼ਬੇ ਨੂੰ ਕੋਈ ਲੀਡਰਸ਼ਿਪ ਗ੍ਰੈਬ ਕਰ ਲੂਗੀ, ਜਾਂ ਫਿਰ ਇਹਨੂੰ ਕਿਰਾਏ ਵੀ ਪਾਇਆ ਜਾ ਸਕਦਾ। ਮੈਂ ਇਹ ਸਵਾਲ ਕਰ ਰਿਹਾ ਕਿ ਕਿਰਾਏ ਪਾਉਣ ਦਾ ਮੇਰਾ ਮਤਲਬ ਇਹ ਆ ਕਿ 2 ਪੀੜ੍ਹੀਆਂ ਫਿਰ ਅਸੀਂ ਕਿਸੇ ਹਨੇਰੀ ਗੁਫਾ ਚ ਵਾੜ ਲਈਏ ਬਿਨਾਂ ਮਕਸਦ ਦੇ, ਐਵੇਂ ਸਿਰ ਕੰਧ ਨਾ ਮਾਰ ਕੇ। ਮੈਂ ਇਹ ਕਿਸੇ ਵੀ ਇਤਿਹਾਸਕ ਲਹਿਰ ਨੂੰ ਇਹਦੇ ਚ ਛਟਿਆਉਂਦਾ ਨਹੀਂਗਾ, ਲੇਕਿਨ ਜੇ ਕਿਧਰੇ ਸਾਡੀ ਕੌਮੀਅਤ, ਅੱਜ ਤੁਸੀਂ ਦੇਖਦੇ ਹੋ ਬੇਰੁਜ਼ਗਾਰੀ ਤੋਂ ਲੈ ਕੇ ਬਾਕੀ ਅਲਾਮਤਾਂ ਨੇ ਸਾਡੇ ਇੱਥੇ ਕ੍ਰਿਮੀਨਲ ਵੀ ਪੈਦਾ ਕੀਤੇ ਆ, ਔਰ ਕਈ ਵਾਰੀ ਜਜ਼ਬਾਤ ਉਛਲ ਜਾਂਦੇ ਆ ਤੇ ਉਹ ਆਪ ਮੁਹਾਰੇ ਬਹੁਤ ਗਲਤੀਆਂ ਵੀ ਕਰ ਜਾਂਦੇ ਆ। ਔਰ ਇਸ ਮੌਕੇ ਤੇ ਬੜੀ ਸੋਚ ਦੀ ਲੋੜ ਆ। ਲੀਡਰਸ਼ਿਪ ਤੁਹਾਨੂੰ ਸਕੂਲਿੰਗ ਦੇ ਨਜ਼ਰ ਨਾਲ ਵੀ ਜੋੜਦੀ ਆ, ਲੀਡਰਸ਼ਿਪ ਤੁਹਾਨੂੰ ਗਾਈਡ ਵੀ ਕਰਦੀ ਆ, ਪ੍ਰੇਰਿਤ ਵੀ ਕਰਦੀ ਆ, ਆਈਡੀਅਲ ਆਦਰਸ਼ਵਾਦਕ ਤੌਰ ਤੇ ਤੁਹਾਨੂੰ ਅੱਗੇ ਵਧਾਉਂਦੀ ਆ। ਮੈਨੂੰ ਲੱਗਦਾ ਕਿ ਇਹ ਖੜਾ ਸਾਨੂੰ ਮਾਰ ਨਾ ਸੁੱਟੇ। ਮੈਂ ਤੁਹਾਡੀ ਗੱਲ ਨਾਲ ਸਮਝਦਾ, ਇੱਥੇ ਮੈਂ ਆ ਰਿਹਾ ਸੀ ਤੁਹਾਡੀ ਇਸ ਗੱਲ ਤੇ ਹੀ ਕਿ ਲੱਗਦਾ ਇਹ ਹੈ ਕਿ ਪੰਥਕ ਜਜ਼ਬੇ ਦੀ ਰਹਿਬਰੀ ਜਿਹੜੀ ਹੈ ਉਹ ਪੋਲਿਟਿਕਸ ਬਿਨਾਂ ਨਹੀਂ ਹੋ ਸਕਦੀ। ਤੁਸੀਂ ਇਹ ਗੱਲ ਕਹਿ ਰਹੇ ਹੋ, ਮੈਂ ਨਹੀਂ ਮੰਨਦਾ ਇਹ, ਕਿਉਂਕਿ ਪੰਥਕ ਜਜ਼ਬੇ ਵਿੱਚੋਂ ਸਿਆਸਤ ਪੈਦਾ ਹੋਈ ਸੀ।
ਪੰਥਕ ਜਜ਼ਬਾ ਆਪਣੀ ਕਿਸਮ ਦੀ ਲੋੜ ਮੁਤਾਬਕ ਸਿਆਸਤ ਜਦੋਂ ਮਰਜ਼ੀ ਪੈਦਾ ਕਰ ਸਕਦਾ ਹੈ, ਪਰ ਸਿਆਸਤ ਨੇ ਪੰਥਕ ਜਜ਼ਬਾ ਕਦੇ ਨਹੀਂ ਪੈਦਾ ਕਰ ਸਕਣਾ, ਕਿਉਂਕਿ ਪੰਥਕ ਜਜ਼ਬਾ ਕਰਨ ਵਾਲੀਆਂ ਇੰਸਟੀਟਿਊਸ਼ਨ ਸਾਡੇ ਕੋਲ ਅਲੱਗ ਨੇ। ਉਹਦਾ ਜਿਹੜਾ ਲੇਟੈਸਟ ਸਾਡੇ ਕੋਲ ਹੈ ਉਹ ਹੈ SCPC ਅਕਾਲ ਤਖਤ ਸਾਹਿਬ। ਜਦੋਂ ਸਿਆਸਤ ਜਿਹੜੀ ਹੈ ਇਹਨਾਂ ਇੰਸਟੀਟਿਊਸ਼ਨ ਨੂੰ ਚੱਲਣ ਹੀ ਨਹੀਂ ਦੇਗੀ ਤੇ ਪੰਥਕ ਜਜ਼ਬੇ ਨਾਲ ਸਿਆਸਤ ਟੁੱਟ ਜਾਏਗੀ। ਇਸ ਵੇਲੇ ਅਕਾਲੀ ਦਲ ਨੂੰ ਕੁਝ ਨਹੀਂ ਹੋਇਆ। ਅਕਾਲੀਅਤ ਵਿੱਚੋਂ ਜਿਹੜੀ ਕਿਰੀ ਹੈ ਉਹਨੂੰ ਉਹ ਅਕਾਲੀ ਦਲ ਵਿੱਚੋਂ ਜਿੰਨੀ ਕੁ ਅਕਾਲੀਅਤ ਕਿਰੀ ਆ ਉਹਦਾ ਵੀ ਹੱਲ ਹੋ ਸਕਦਾ ਹੈ। ਪਰ ਜਿਸ ਤਰ੍ਹਾਂ ਅਕਾਲੀ ਦਲ ਹਾਈਜੈਕ ਹੋ ਗਿਆ ਹੈ, ਅਪਹਰਨ ਹੋ ਗਿਆ, ਉਹਦਾ ਸਿਆਸਤ ਨੇ ਕਰ ਲਿਆ ਹੈ, ਜਾਂ ਮਤਲਬ ਬਾਦਲ ਨੇ ਕਰ ਲਿਆ ਸੀ। ਜਿਵੇਂ ਤੁਸੀਂ 96 ਦਾ ਹਵਾਲਾ ਦਿੱਤਾ, ਉਹਨਾਂ ਨੇ ਇਹਨੂੰ ਪੰਜਾਬੀ ਪਾਰਟੀ ਬਣਾਤਾ, ਕੋਈ ਅਧਿਕਾਰ ਨਹੀਂ ਹੈ। ਉਹ ਆਪਣਾ ਪੰਥਕ ਜਜ਼ਬਾ ਜਿਹੜਾ ਸਾਡੇ ਕੋਲ ਮਾਡਲ ਹੈਗਾ, ਜੇ SCPC ਦੇ ਅਕਾਲ ਤਖਤ ਇੰਡੀਪੈਂਡੈਂਟਲੀ ਆਪਰੇਟ ਕਰਨ, ਉਹ ਪੰਥਕ ਜਜ਼ਬਾ ਸੰਭਾਲਣ, ਤੇ ਜਿਹੜਾ ਮਤਲਬ ਸੰਵਿਧਾਨਕ ਮਤਲਬ ਹੈਗਾ ਪੱਖ ਉਹ ਅਕਾਲੀ ਦਲ ਸੰਭਾਲੇ, ਇਹ ਹੋ ਸਕਦਾ ਸੀ। ਪਰ ਪ੍ਰੋਫੈਸਰ ਸਾਹਿਬ, ਪਿਛਲੇ 2 ਦਹਾਕਿਆਂ ਦੀ ਕੋਈ ਮੈਨੂੰ ਉਦਾਹਰਨ ਦਿਓ ਜਦੋਂ ਪੰਥਕ ਜਜ਼ਬੇ ਨੇ ਲੀਡਰਸ਼ਿਪ ਪੈਦਾ ਕੀਤੀ ਹੋਵੇ। ਮੈਨੂੰ ਤੁਸੀਂ ਇਹ ਦੱਸੋ ਕਿ ਪੰਜਾਬ ਦੇ ਇਸ ਸੰਘਰਸ਼ ਦੇ ਵਿੱਚ ਵੀ, ਜੇ ਤੁਸੀਂ ਇਹ ਅੰਦੋਲਨ ਕਿਸਾਨੀ ਵਾਲੇ ਅੰਦੋਲਨ ਦੀ ਗੱਲ ਕਰਦੇ ਹੋ, ਤੇ ਇਹਦੇ ਵਿੱਚ ਵੀ ਪੰਥਕ ਜਜ਼ਬੇ ਨੂੰ ਮਾਈਨਸ ਨਹੀਂ ਕਰ ਸਕਦੇ। ਇਹ ਲੜਾਈ ਕਿਸੇ ਇੱਕ ਧਿਰ ਨੇ ਨਹੀਂ ਲੜੀ, ਇਹ ਪੰਜਾਬ ਨੇ, ਉਸ ਪੰਥਕ ਜਜ਼ਬੇ ਨੇ, ਪੰਜਾਬੀਅਤ ਨੇ ਆਪਣਾ ਮੋਢਾ ਦੇ ਕੇ ਲੜੀ ਹੈ। ਪਰ ਮੈਂ ਇਹ ਫਿਰ ਕਹਿਣਾ ਕਿ ਇਹਦੇ ਵਿੱਚੋਂ ਵੀ ਲੀਡਰਸ਼ਿਪ ਪੈਦਾ ਨਹੀਂ ਹੋਈ। ਅੱਜ ਦੇ ਦਿਨ ਦੇ ਵਿੱਚ ਤੁਸੀਂ ਸਿੱਕੇਬੰਦ ਤੇ ਭਰੋਸੇਮੰਦ ਕੋਈ ਬੰਦਾ ਕਿਉਂਕਿ ਜਜ਼ਬੇ ਤਾਂ ਇੱਥੋਂ ਤੁਰਦੇ ਆ, ਰੂਹ ਤੋਂ, ਦਿਲ ਤੋਂ, ਤੇ ਕੋਈ ਬੰਦਾ ਜਿਹੜਾ ਇਹ ਹਿੱਕ ਤੇ ਹੱਥ ਮਾਰ ਕੇ ਕਹੇ ਮੈਨੂੰ ਕੋਈ ਖਰੀਦ ਨਹੀਂ ਸਕਦਾ, ਤੇ ਮੈਂ ਚਾਹੂੰਗਾ ਕਿ ਤੁਸੀਂ ਮੈਨੂੰ ਇਹਦੇ ਉੱਤੇ ਟਿੱਪਣੀ ਦੇ ਦਿਓ। ਤੇ ਪ੍ਰੋਫੈਸਰ ਸਾਹਿਬ, ਤੁਹਾਨੂੰ ਆਵਾਜ਼ ਮੇਰੀ ਆ ਰਹੀ ਜੀ? ਹਾਂ ਆ ਰਹੀ, ਮੈਨੂੰ ਤੇ ਆ ਰਹੀ। ਪ੍ਰੋਫੈਸਰ ਕੇਰ ਸਿੰਘ, ਡਾਕਟਰ ਕੇਰ ਸਿੰਘ, ਤੁਹਾਨੂੰ ਆਵਾਜ਼ ਆ ਰਹੀ ਜੀ? ਉਹਨੇ ਆ ਨਹੀਂ ਰਹੀ, ਉਹਨੂੰ ਮੇਰਾ ਖਿਆਲ ਹੈ। ਚਲੋ ਤੁਸੀਂ ਗੱਲ ਕਰੋ। ਮੈਂ ਆਪਣੀ ਗੱਲ ਕਰਾਂ, ਜਿਹੜੀ ਤੁਸੀਂ ਕਹਿੰਦੇ ਮਿਸਾਲ ਦਿਓ, ਮੈਂ ਇੱਕ ਮਿਸਾਲ ਟੇਢੇ ਢੰਗ ਦੇ ਦੇਣਾ। ਇਹ ਮਿਸਾਲ ਜਿਹੜੀ ਹੈ ਪੂਰੀ ਤਰ੍ਹਾਂ ਉਸ ਤਰ੍ਹਾਂ ਨਹੀਂ ਹੈ। ਢੀਂਡਸੇ ਨੇ ਤੇ ਬ੍ਰਹਮਪੁਰੇ ਨੇ ਬਾਦਲ ਨੂੰ ਛੱਡਿਆ ਤੇ ਉਹਨਾਂ ਨੂੰ ਲੋਕਾਂ ਨੇ ਟਕਸਾਲੀ ਕਿਹਾ ਜੀ। ਬ੍ਰਹਮਪੁਰਾ ਵਾਪਸ ਗਏ ਤੇ ਉਹ ਟਕਸਾਲੀ ਪੁਣਾ ਜਾਂਦਾ ਰਿਹਾ। ਅੱਜ ਵੀ ਮਤਲਬ ਹੈ, ਮਤਲਬ ਇਹ ਗੱਲ ਜਿਹੜੀ ਹੈ, ਇਹ ਜਿਹੜੀ ਗੱਲ, ਇਹ ਐਗਜ਼ਾਮਪਲ ਮੈਂ ਦੇ ਰਿਹਾ, ਇਹ ਬਹੁਤ ਹੀ ਫਿੱਟ ਨਹੀਂ ਬੈਠਦੀ। ਪਰ ਮੈਂ ਇਹ ਸਮਝਾਂ ਕਿ ਪੰਥਕ ਜਜ਼ਬੇ ਨੇ ਲੀਡਰਸ਼ਿਪ ਕਿਹੋ ਜਿਹੀ ਪੈਦਾ ਕੀਤੀ। ਲੀਡਰਸ਼ਿਪ ਪੈਦਾ ਕਰ ਲੂਗਾ ਜਦੋਂ ਲੋੜ ਪਈ ਨਾ। ਜਿਹੜਾ ਇਕੱਠ ਜਿਹੜਾ ਹੋਇਆ ਮਤਲਬ ਦੀਪ ਸਿੱਧੂ ਦੇ ਨਾਂ ਤੇ, ਹੁਣ ਉਸ ਇਕੱਠ ਵਿੱਚ ਦੀਪ ਸਿੱਧੂ ਦੇ ਨਾਂ ਤੇ ਹੋਏ ਇਕੱਠ ਦੇ ਵਿੱਚ ਇਹ ਆ ਕਿ ਉਹਦੇ 'ਚ ਵੀ ਰੌਲਾ ਇਹ ਪੈਂਦਾ ਰਿਹਾ ਕਿ ਲੀਡਰਸ਼ਿਪ ਜਿਹੜੀ ਉਹ ਹੈ ਨਹੀਂ ਗੀ, ਮਤਲਬ ਲੀਡਰਸ਼ਿਪ ਪੈਦਾ ਹੋਣੀ ਚਾਹੀਦੀ ਹੈ। ਲੀਡਰਸ਼ਿਪ ਜਿਹੜੀ ਅਕਾਲ ਤਖਤ, ਉਹਦੇ ਸਾਰੇ ਬੰਦੇ ਵੀ ਉਹੀ ਬੈਠੇ ਨੇ ਉੱਥੇ। ਸ਼੍ਰੋਮਣੀ ਕਮੇਟੀ ਬੈਠੀ ਹੈ ਉੱਥੇ, ਸ਼੍ਰੋਮਣੀ ਕਮੇਟੀ ਉਹਨੂੰ ਪ੍ਰਬੰਧ ਕਰ ਰਹੀ ਹੈ ਉਹਨਾਂ ਨੂੰ। ਪਰ ਇੰਡੀਪੈਂਡੈਂਟਲੀ ਉਹਨਾਂ ਨੂੰ ਬੰਧਨ ਇਹ ਹੋ ਗਿਆ ਕਿ ਇਸ ਵੇਲੇ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹ ਬਾਦਲ ਪਰਿਵਾਰ ਨੂੰ ਹੀ ਅਕਾਲੀ ਦਲ ਸਮਝੀ ਜਾ ਰਹੀਆਂ ਨੇ। ਮੇਰਾ ਬੇਸਿਕ ਸਵਾਲ ਇਹ ਹੈ ਕਿ ਬਾਦਲ ਪਰਿਵਾਰ ਅਕਾਲੀ ਦਲ ਨਹੀਂ ਹੈ, ਤੇ ਅਕਾਲੀ ਦਲ ਜਿਹੜਾ ਹੈ ਉਹਦੀ ਸਿਆਸਤ ਨੂੰ ਪੰਥਕਤਾ ਦਾ ਬੰਧਨ ਤੇ ਹੈ। ਅਕਾਲੀ ਦਲ ਵੀ ਮਤਲਬ ਜਿਹੜਾ ਹੈ ਨਾ ਉਹਨੂੰ ਪੰਥਕਤਾ ਵਿੱਚ ਰਹਿਣਾ ਪੈਣਾ ਹੈ। ਇਸ ਕਰਕੇ ਮੈਂ ਕਹਿਣਾ ਚਾਹ ਰਿਹਾ ਕਿ ਮਤਲਬ ਖਤਰਾ ਜਿਹੜਾ ਹੈ ਉਹ ਸਿਆਸਤ ਨੂੰ ਹੈ, ਪੰਥਕਤਾ ਨੂੰ ਨਹੀਂ ਹੈ। ਮਤਲਬ ਖਤਰਾ ਜਿਹੜਾ ਹੁਣ ਇਸ ਕਰਕੇ ਮੈਨੂੰ ਇਸ ਵੇਲੇ ਲੱਗਦਾ ਹੈ ਕਿ ਮਤਲਬ ਮੈਂ ਜੇ ਐਗਜ਼ਾਮਪਲ ਦੇਣੀ ਹੋਵੇ, ਮਤਲਬ 1920 ਵਾਲੀ ਦੇਣੀ ਹੋਵੇ, ਤੇ ਜਿਹੜੀ ਪੰਥਕ ਬੋਲਬਾਲਿਆਂ ਦੀ ਸਿਆਸਤ ਸੀਗੀ, ਜਿਹਦੇ ਦੇਸ਼ ਤੇ ਕਾਲ ਕੱਢਣਾ ਸੀ, ਉਹ ਸਮਝੇ ਕਿ ਸਿਆਸਤ ਤੋਂ ਬਿਨਾਂ ਨਹੀਂ ਕੱਢਿਆ ਜਾ ਸਕਦਾ। ਉਹਦੇ ਨਾਲ ਵਿੱਚੋਂ ਖਾਲਸਾ ਨਿਕਲਿਆ ਸੀ, ਦੇਸ਼ ਤੇ ਕਾਲ ਵਿੱਚੋਂ। ਪਰ ਮੈਂ ਇਹ ਸਮਝਦਾ ਕਿ ਕੇਵਲ ਸਿਆਸਤ ਹੀ ਇਹ ਬਦਲ ਕਿਉਂ ਹੈ, ਇਹ ਦੇਸ਼ ਤੇ ਕਾਲ ਜਿਹੜਾ ਸਿਆਸਤ ਮੁਤਾਬਕ ਕਿਉਂ ਕੱਢਿਆ ਜਾ ਸਕਦਾ ਹੈ। ਅਸੀਂ ਹੁਣ ਗਲੋਬਲ ਕਮਿਊਨਿਟੀ ਹਾਂ, ਸਿੱਖ ਗਲੋਬਲ ਸ਼ਹਿਰੀ ਹੈ, ਔਰ ਉਹ ਦੇਸ਼ ਤੇ ਕਾਲ ਕੈਨੇਡਾ ਵਿੱਚ ਘੜੀ ਬੈਠਾ ਹੈ। ਇਹ ਹੋਰ ਸਾਧਨ ਕਿਉਂ ਹੈ? ਮੈਂ ਰੰਧਾਵਾ ਸਾਹਿਬ ਇਹ ਤੁਹਾਨੂੰ ਤੁਹਾਡੀ ਆਡੀਅנס ਨਾਲ ਸਾਂਝਾ ਕਰਨਾ ਚਾਹਨਾ ਕਿ ਦੇਸ਼ ਤੇ ਕਾਲ ਪੰਜਾਬ ਵਿੱਚ ਪੰਜਾਬ ਮੁਤਾਬਕ ਪੰਜਾਬ ਦੇ ਸੀਮਤ ਨਹੀਂ ਕੱਢਿਆ ਜਾਣਾ। ਪੰਜਾਬ ਤੋਂ ਬਾਹਰ ਹਿੰਦੁਸਤਾਨ 'ਚ ਦੇਸ਼ ਕਾਲ ਜਿਹੜਾ ਹੈ ਹੋਰ ਤਰ੍ਹਾਂ ਕੱਢਿਆ ਜਾਏਗਾ। ਸਾਰੀ ਦੁਨੀਆ ਵਿੱਚ ਅਸੀਂ ਹੋਰ ਤਰ੍ਹਾਂ ਕੱਢ ਰਹੇ ਹਾਂ। ਸਾਨੂੰ ਉਹ ਦੇਖਣਾ ਪੈਣਾ ਹੈ ਕਿ ਅਸੀਂ ਉਹ ਦੇਸ਼ ਕਾਲ ਕੱਢਣ ਵਾਸਤੇ ਕਿਵੇਂ ਵਿਦਿਆ ਵਿੱਚ ਐਂਟਰ ਕਰਨਾ ਹੈ, ਕਿਵੇਂ ਅਸੀਂ ਮਤਲਬ ਇੰਡਸਟਰੀ ਵਿੱਚ ਐਂਟਰ ਕਰਨਾ ਹੈ, ਕਿਵੇਂ ਬਾਕੀ ਥਾਵਾਂ ਤੇ ਐਂਟਰ ਕਰਨਾ ਹੈ, ਸਾਨੂੰ ਦੇਖਣਾ ਪੈਣਾ ਸਾਰਾ। ਜੀ ਬਿਲਕੁਲ ਠੀਕ ਹੈ, ਬਿਲਕੁਲ। ਤੁਹਾਨੂੰ ਪ੍ਰੋਫੈਸਰ ਸਾਹਿਬ ਮੇਰੀ ਆਵਾਜ਼ ਆ ਰਹੀ ਨਾ? ਹੁਣ ਆ ਰਹੀ ਹੈ, ਹੁਣ ਤੇ ਚਲੋ ਮੇਰਾ ਮਤਲਬ ਹੈ ਕਿ ਮੈਂ ਪਾ ਲਾ ਕੇ ਇੰਨੀ ਗੱਲ ਕਹਿਣਾ ਚਾਹੁੰਦਾ
ਕਿ ਅਸੀਂ ਜਿਹੜਾ ਦੇਸ਼ ਤੇ ਕਾਲ ਘੜਨਾ ਹੈ ਹੂੰ ਪੰਥਕ ਬੋਲਬਾਲਿਆਂ ਵਾਸਤੇ, ਉਹ ਹੁਣ ਇਸ ਵੇਲੇ ਸਾਨੂੰ ਗਲੋਬਲ ਪ੍ਰਸੰਗ ਵਿੱਚ ਵੀ ਸੋਚਣਾ ਪੈਣਾ ਹੈ, ਦੇਸ਼ ਦੇ ਪ੍ਰਸੰਗ ਵਿੱਚ ਵੀ ਸੋਚਣਾ ਪੈਣਾ ਹੈ। ਉਹ ਅਸੀਂ ਖਿੱਤੇ ਦੇ ਪ੍ਰਸੰਗ ਵਿੱਚ ਨਹੀਂ ਸੋਚ ਸਕਦੇ। ਜਿਹੜੇ ਖਿੱਤੇ ਦੇ ਪ੍ਰਸੰਗ ਵਿੱਚ ਸੋਚਦੇ ਨੇ ਉਹ ਖਾਲਿਸਤਾਨ ਦੇ ਅੜਕ ਗਏ ਨੇ ਜਾ ਕੇ। ਨਹੀਂ ਦੇਖੋ ਪ੍ਰੋਫੈਸਰ ਸਾਹਿਬ, ਜੇ ਅਸੀਂ ਇਹਨੂੰ ਨਾਵਾਂ ਥਾਵਾਂ 'ਚ ਨਾ ਲੈ ਕੇ ਜਾਈਏ ਤਾਂ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਬੈਠਾ ਸਿੱਖ ਜਾਂ ਪੰਜਾਬੀ ਆਪਣੀ ਜੜ ਵੱਲ ਤਾਂ ਵੇਖਦਾ ਹੀ ਆ। ਉਹ ਉੱਥੇ ਦੀ ਰਾਜਨੀਤੀ ਵਿੱਚ ਦਿਲਚਸਪੀ ਤਾਂ ਲੈਂਦਾ ਜਿੱਥੇ ਬੈਠਾ ਹੈ, ਪਰ ਉਹਦਾ ਰੂਹ, ਉਹਦਾ ਦਿਲ ਇੱਥੇ ਵੱਸਦਾ ਹੈ ਤੇ ਇੱਥੋਂ ਦੀ ਪੋਲਿਟਿਕਸ ਨੂੰ ਉਹ ਜੀਂਦਾ ਹੈ। ਉੱਥੇ ਉਹ ਦਿਲਚਸਪੀ ਲੈਂਦਾ, ਇਹਨੂੰ ਉਹ ਜੀਂਦਾ ਹੈ। ਉਹਨੂੰ ਭਾਵੇਂ ਇਹ ਰਾਜਨੀਤੀ ਪ੍ਰਭਾਵਿਤ ਕਰੇ ਨਾ ਕਰੇ, ਪਰ ਉਹਨੂੰ ਇੰਜ ਲੱਗਦਾ ਹੈ ਕਿ ਇਹ ਮੇਰਾ ਹੈ, ਔਰ ਉਹਨੂੰ ਸੌਂਦਿਆਂ ਖਾਂਦਿਆਂ ਬਹਿੰਦਿਆਂ ਇਹੀ ਰਾਜਨੀਤੀ ਚੰਗੀ ਲੱਗਦੀ ਆ। ਮੈਂ ਡਾਕਟਰ ਕੇਰ ਸਿੰਘ ਵੱਲ ਇਹੀ ਸਵਾਲ ਲੈ ਕੇ ਜਾਣਾ ਹੈ। ਜੀ ਮੈਂ ਇਹ ਸਮਝਦਾ ਹੈ ਕਿ ਜਿਹੜੀ ਉਹਨਾਂ ਦੀ ਜੜ ਵੀ ਜਿਉਂਦੀ ਨਾ ਰਹੀ ਤੇ ਉਹਨਾਂ ਨੇ ਉੱਥੇ ਜਿਉਂਦੇ ਨਹੀਂਗਾ ਰਹਿਣਾ। ਉਹ ਹੇਰਵੇ ਉਵੇਂ ਹੀ ਤੁਰਦੇ ਆ ਜਿਵੇਂ ਸਾਡੇ ਹੇਰਵੇ ਧੀਆਂ ਪੁੱਤਾਂ ਦੇ ਨੇ। ਉਹਨਾਂ ਦੇ ਵੀ ਇੰਜ ਹੀ ਆ, ਉਹ ਖੇਤਾਂ ਖਲਿਆਣਾਂ ਦੇ ਵੀ ਆ, ਉਹ ਪੁਰਾਣੇ ਬੋਹਿਆਂ ਦੇ ਵੀ ਆ, ਜੰਦਰੇ ਵੱਜਿਆਂ ਨੂੰ ਉਹ ਤਾਂਗਦੇ ਨੇ। ਮੈਂ ਡਾਕਟਰ ਸਾਹਿਬ ਇਹ ਪੁੱਛਣਾ ਚਾਹੁੰਦਾ ਹੈ ਤੁਹਾਨੂੰ ਕਿ ਇਸ ਖਿੱਤੇ ਦੇ ਵਿੱਚ ਜਿੰਨੀਆਂ ਵੀ ਲੋੜਾਂ ਥੋੜਾਂ ਨੇ ਜਾਂ ਇਹਦੀਆਂ ਹੱਕੀ ਮੰਗਾਂ ਨੇ ਜਾਂ ਇਹਦਾ ਜੋ ਬੁਨਿਆਦੀ ਸਰੂਪ ਹੈ, ਉਹ ਭਾਸ਼ਾਈ ਹੈ, ਉਹ ਭਾਈਚਾਰਕ ਹੈ, ਉਹ ਸੱਭਿਆਚਾਰਕ ਹੈ, ਉਹਦੇ ਲਈ ਲੜਾਈ ਕੌਣ ਲੜੂ? ਇਹੀ ਜਜ਼ਬਾ ਤਾਂ ਲੜਦਾ ਸੀ। ਇਹੀ ਜਜ਼ਬਾ ਜਿਹੜਾ ਵਾ ਉਹ ਵਿਰਾਸਤ ਵਿੱਚੋਂ ਆਣ ਕੇ ਖਲੋ ਜਾਂਦਾ ਸੀ, ਇੱਕ ਡਾ ਦਿੰਦਾ ਸੀ, ਸੂਲੀ ਚੜ ਜਾਂਦਾ ਸੀ, ਗੋਲੀ ਖਾ ਲੈਂਦਾ ਸੀ, ਇਹ ਮਰਦਾ ਸੀਗਾ। ਇਹ ਜਜ਼ਬੇ ਨੂੰ ਮਾਰ ਕੇ ਇੱਥੋਂ ਦੀ ਰਾਜਨੀਤੀ ਵੀ ਨਪੁੰਸਕ ਹੋ ਜਾਊਗੀ। ਨਮਰਦੀ ਵਰਗੀ ਸਥਿਤੀ, ਮੈਂ ਬਹੁਤ ਮਾੜੇ ਸ਼ਬਦ ਵਰਤ ਰਿਹਾ, ਅਸੀਂ ਲੋਕ ਹੀਣੇ ਆ, ਝੱਟ ਵਿਕ ਜਾਾਂਗੇ, ਝੱਟ ਸੱਤਾ ਲਈ ਮਰ ਜਾਾਂਗੇ। ਲੇਕਿਨ ਜਿੰਨਾ ਚਿਰ ਜਜ਼ਬਾ ਜਿਉਂਦਾ ਰਹਿੰਦਾ ਸਾਨੂੰ ਜਿਉਂਦਾ ਵੀ ਰੱਖਦਾ। ਮੈਨੂੰ ਇਸ ਪ੍ਰਸੰਗ 'ਚ ਵਿਆਖਿਆ ਦਿਓ। ਰੰਧਾਵਾ ਸਾਹਿਬ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੈਂ ਡਾਕਟਰ ਬਲਕਾਰ ਸਿੰਘ ਉਹਨਾਂ ਨਾਲ ਇਸ ਗੱਲ ਤੇ ਅਸੀਂ ਕਦੇ ਵੀ ਸਹਿਮਤ ਨਹੀਂ ਹੋਏ। ਅਸੀਂ ਦੋਨੋਂ ਭਰਾ, ਦੋਨੋਂ ਦੋਸਤ ਹਾਂ, ਪਰ ਅਸੀਂ ਸਹਿਮਤ ਇਹਨਾਂ ਗੱਲਾਂ ਤੇ ਕਦੇ ਨਹੀਂ ਹੋਏ। ਉਹਦਾ ਕਾਰਨ ਇਹ ਹੈ ਕਿ ਤੁਸੀਂ ਦੇਖੋ ਕਿ ਚਾਹੇ ਸਿੱਖ ਬਾਹਰ ਬੈਠਾ ਹੈ, ਚਾਹੇ ਕਿਤੇ ਵੀ ਬੈਠਾ ਹੈ, ਚਾਹੇ ਇੱਥੇ ਬੈਠਾ ਹੈ, ਉਹ ਰਾਜਨੀਤੀ ਬਿਨਾਂ ਨਾ ਸਰਦਾ ਤੇ ਨਾ ਸਰ ਸਕਦਾ। ਅਸੀਂ ਜਿੰਨਾ ਮਰਜ਼ੀ ਆਦਰਸ਼ਵਾਦੀ ਗੱਲਾਂ ਕਰ ਰਹੀਏ, ਪਰ ਗਰਾਊਂਡ ਰਿਐਲਿਟੀ ਇਹੀ ਹੈ ਕਿ ਅਲਟੀਮੇਟਲੀ ਇਹਦਾ ਪ੍ਰਗਟਾਵਾ ਰਾਜਨੀਤੀ ਰਾਹੀਂ ਹੀ ਹੁੰਦਾ ਹੈ, ਸਿਆਸਤ ਦੀ ਤਾਕਤ ਰਾਹੀਂ ਹੀ ਹੁੰਦਾ। ਹੋਰ ਕੋਈ ਸਾਡੇ ਕੋਲ ਸਾਧਨ ਨਹੀਂ। ਜਿਹੜੇ ਆਪਾਂ ਉਹ ਸੱਭਿਆਚਾਰਕ ਸਾਧਨ ਹਨ, ਪਰ ਪ੍ਰਭਾਵੀ ਇਹ ਜਦੋਂ ਹੋਣਾ ਹੁੰਦਾ ਹੈ, ਇਹਨੇ ਰਾਜਨੀਤੀ ਰਾਹੀਂ ਹੀ ਪ੍ਰਭਾਵੀ ਹੋਣਾ ਹੈ। ਉਹ ਪਿਛੋਕੜ ਵਿੱਚ ਕੋਈ ਸ਼ੱਕ ਨਹੀਂ, ਜਜ਼ਬਾ ਪਿਆ ਹੁੰਦਾ ਹੈ। ਉਹ ਜਜ਼ਬੇ ਨੇ ਸਿੱਧਤ ਕਰਨਾ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀਗੇ ਕਿ ਜੇ ਇਹ ਜਜ਼ਬਾ ਮਰ ਗਿਆ ਤੇ ਫਿਰ ਇਸ ਖਿੱਤੇ ਦੀ ਰਾਜਨੀਤੀ ਤੇ ਬਾਕੀ ਖਿੱਤਿਆਂ ਦੀ ਰਾਜਨੀਤੀ 'ਚ ਕੋਈ ਫਰਕ ਨਹੀਂ ਰਹਿਣਾ। ਇਸ ਖਿੱਤੇ ਦੀ ਰਾਜਨੀਤੀ ਜਿਹਦੀ ਵਿਸ਼ੇਸ਼ਤਾ ਹੀ ਇਹ ਹੈ ਕਿ ਇੱਥੇ ਖਾਸ ਕਿਸਮ ਦਾ ਜਜ਼ਬਾ ਜਿਹੜਾ ਹੈ, ਜਿਸ ਨੂੰ ਆਪਾਂ ਕਹੀਏ ਕਿ ਸਿੱਖ ਗੁਰੂ ਸਾਹਿਬਾਨ ਨੇ ਤੇ ਹੋਰ ਪੀਰਾਂ ਨੇ ਇੱਥੋਂ ਨਾਲ ਨਵਾਜਿਆ ਹੈ, ਗੁਰੂਆਂ ਦੇ ਨਾਂ ਤੇ ਜੀਣ ਵਾਲੀ ਇਹ ਧਰਤੀ ਹੈਗੀ ਹੈ, ਇਹ ਇਹਦੀ ਖਾਸੀਅਤ ਹੈ। ਤੇ ਜੇ ਇਸ ਖਾਸੀਅਤ ਦਾ ਅਲੰਬਰਦਾਰ ਅਕਾਲੀ ਦਲ ਕਿਸੇ ਵੇਲੇ ਰਿਹਾ ਸੀ, ਤਾਂ ਹੁਣ ਸਾਡੀ ਤਵੱਕੋ ਇਹ ਹੈ ਕਿ ਇੱਥੇ ਕੋਈ ਨਾ ਕੋਈ ਰਾਜਨੀਤਿਕ ਧਿਰ ਇਹੋ ਜਿਹੀ ਜ਼ਰੂਰ ਚਾਹੀਦੀ ਹੈ ਜਿਹੜੀ ਇਸ ਜਜ਼ਬੇ ਨੂੰ ਅੱਗੇ ਲੈ ਕੇ ਤੁਰ ਸਕੇ। ਤੇ ਨਹੀਂ ਤਾਂ ਫਿਰ ਇਹ ਰਹੇਗਾ ਕਿ ਇਹ ਜਜ਼ਬਾ ਜਿਹੜਾ ਲੀਡਰਸ਼ਿਪ ਰਹਿਤ ਹੋ ਜਾਏਗਾ। ਔਰ ਮੈਨੂੰ ਲੱਗਦਾ ਹੈ ਕਿ ਇੱਥੋਂ ਦੀ ਵਿਰਾਸਤ ਜਿਹੜੀ ਹੈ ਔਰ ਜਿਹੜਾ ਢਾਂਚਾ ਸਿਆਸੀ ਸਾਡੇ ਕੋਲ ਹੈ, ਖਾਮੀਆਂ ਦੇ ਬਾਵਜੂਦ ਸਿਰਫ ਤੇ ਸਿਰਫ ਅਕਾਲੀ ਦਲ ਇਸ ਜਜ਼ਬੇ ਨੂੰ ਆਵਾਜ਼ ਦੇ ਸਕਦਾ ਹੈ। ਔਰ ਇਸ ਜਜ਼ਬੇ ਨੂੰ ਜਿਸ ਹੱਦ ਤੱਕ ਅਕਾਲੀ ਦਲ ਆਵਾਜ਼ ਦੇਵੇਗਾ, ਉਨੀ ਦੇਰ ਤੱਕ ਹੀ ਇਹਦੀ ਰੈਲੇਵੈਂਸ ਬਣੀ ਰਹੇਗੀ ਅਕਾਲੀ ਦਲ ਦੀ। ਜੇ ਉਹ ਨਹੀਂ ਆਵਾਜ਼ ਦੇਵੇਗਾ ਤੇ ਉਹ ਇਰਰੈਲੇਵੈਂਟ ਹੋ ਜਾਏਗਾ। ਪਰ ਇਸ ਪ੍ਰਥਾਏ ਦੋ ਗੱਲਾਂ ਜਿਹੜੀਆਂ ਰੰਧਾਵਾ ਸਾਹਿਬ ਹੋਰ ਧਿਆਨ ਵਿੱਚ ਰੱਖਣ ਵਾਲੀਆਂ, ਇੱਕ ਗੱਲ ਜਿਹੜਾ ਫੈਕਟਰ ਹੈ ਕਿ ਇਸ ਵੇਲੇ ਜਿਹੜੀਆਂ ਵੋਟਾਂ ਪਈਆਂ ਅਸੈਂਬਲੀ ਦੀਆਂ, ਉਹਦੇ ਵਿੱਚ ਹਵਾ, ਜਿਹਨੂੰ ਬਦਲਾਅ ਦੀ ਹਵਾ ਕਹਿੰਦੇ ਆ ਆਪਾਂ, ਉਹਦੇ ਵਿੱਚ ਖਾਸ ਕਰਕੇ ਯੂਥ, ਜਿਹਨੂੰ ਆਪਾਂ ਕਹਿੰਦੇ ਆ ਕਿ ਯੰਗ ਮਾਈਂਡ ਜਿਹੜਾ ਹੈ, ਉਹ ਸ਼ਾਇਦ
ਉਹ ਪੰਥਕ ਜਜ਼ਬਾ ਜਿਹੜਾ ਹੈ ਉਹ ਨਹੀਂ ਉਹਦੇ ਪਿਛੋਕੜ ਵਿੱਚ ਰਿਹਾ। ਉਹਦੇ ਪਿਛੋਕੜ ਵਿੱਚ ਖਾਸ ਕਿਸਮ ਦੀ ਬਦਜ਼ਨੀ ਜਿਹੜੀ ਹੈ ਇਹਨਾਂ ਰਵਾਇਤੀ ਸਿਆਸੀ ਪਾਰਟੀਆਂ ਤੋਂ ਜਿਹੜੀ ਹੈ ਉਹ ਰਹੀ ਆ ਉਹਦੇ ਵਿੱਚ, ਤੇ ਉਹ ਸ਼ਿੱਦਤ ਨਾਲ ਬਦਲਾਅ ਚਾਹੁੰਦਾ ਵੀ ਇਹ ਨਹੀਂ ਸਾਨੂੰ ਪਾਰਟੀਆਂ ਜਿਹੜੀਆਂ ਸਾਡੀਆਂ ਖੁਆਇਸ਼ਾਂ ਦੇ ਉਹ ਪੂਰੀਆਂ ਨਹੀਂ ਉਤਰਦੀਆਂ। ਹੁਣ ਇਹ ਮਸਲਾ ਜਿਹੜਾ ਹੈ ਨਾ ਰੰਧਾਵਾ ਸਾਹਿਬ, ਸਾਨੂੰ ਇਹ ਵਿਚਾਰਨ ਦੀ ਲੋੜ ਜ਼ਰੂਰ ਹੈ ਕਿ ਜਿਹੜੀ ਸਾਡੀ ਹੋਣ ਵਾਲੀ ਜਿਹੜੀ ਯੂਥ ਹੈ, ਜਿਹੜੀ ਅਗਲੀ ਪੀੜ੍ਹੀ ਜਿਹੜੀ ਹੈਗੀ ਜਿਸ ਨੇ ਸਾਡੀ ਥਾਂ ਲੈਣੀ, ਅਸੀਂ ਹੋ ਗਏ ਬਜ਼ੁਰਗ, ਉਹਦੀ ਸੋਚ ਵਿੱਚ ਪੰਥਕ ਜਜ਼ਬਾ ਉਸੇ ਸ਼ਿੱਦਤ ਨਾਲ ਮਜ਼ਬੂਤ ਹੈ ਜਾਂ ਨਹੀਂ। ਇਹਦੇ ਚ ਇਹ ਤੁਸੀਂ ਬਹੁਤ ਸੋਹਣਾ ਸਵਾਲ ਕਰਤਾ। ਇਹਦੇ ਤੇ ਮੈਂ ਤੁਹਾਡੇ ਕੋਲ ਇੱਕ ਸਪਲੀਮੈਂਟਰੀ ਸਵਾਲ ਰੱਖਣਾ ਚਾਹੂੰਗਾ। ਜਿਹੜੀ ਤੁਸੀਂ ਨੌਜਵਾਨੀ ਦੀ ਗੱਲ ਕਰ ਰਹੇ ਹੋ, ਉਹ ਫਤਿਹਗੜ੍ਹ ਸਾਹਿਬ ਨੂੰ ਵੀ ਛਾਲਾਂ ਮਾਰਦੀ ਉਹੀ ਜਾ ਰਹੀ ਸੀ, ਆਮ ਆਦਮੀ ਪਾਰਟੀ ਦੇ ਪਿੱਛੇ ਵੀ ਛਾਲਾਂ ਮਾਰਦੀ ਉਹੀ ਜਾ ਰਹੀ ਸੀ। ਜਿਹੜਾ ਦੀਪ ਸਿੱਧੂ ਮਰਹੂਮ, ਮੈਂ ਉਹਦੇ ਲਈ ਮੇਰੀ ਵੀ ਅੱਖ ਭਰੀ, ਮੇਰਾ ਵੀ ਗਲਾ ਰੁਕਿਆ। ਮੈਂ ਦੀਪ ਸਿੱਧੂ ਨੂੰ ਦਵੰਦ ਦਾ ਸ਼ਿਕਾਰ ਮੰਨਦਾ ਨਿੱਜੀ ਤੌਰ ਤੇ। ਮੈਂ ਦੀਪ ਸਿੱਧੂ ਨੂੰ ਜੇ ਮੈਂ ਇਹ ਕਹਾਂ ਕਿ ਉਹਦਾ ਆਪਣਾ ਨਿੱਜ, ਉਹਦੀ ਆਪਣੀ ਜਿਹੜੀ ਲਾਈਫ ਸਟਾਈਲ ਹੈ, ਉਹਦਾ ਆਪਣਾ ਜਿਹੜਾ ਐਸ਼ੋ ਇਸ਼ਰਤ ਵਾਲਾ ਤੌਰ ਤਰੀਕਾ ਹੈ, ਉਹਦੀ ਆਪਣੀਆਂ ਖਾਹਿਸ਼ਾਂ ਦੀ ਪੂਰਤੀ ਹੈ, ਤੇ ਉਹਦੇ ਸਮਾਨ ਅੰਤਰ ਉਹਦਾ ਜਿਹੜਾ ਬਿਰਤਾਂਤ ਆ, ਨੈਰੇਟਿਵ ਆ, ਮੈਨੂੰ ਪਤਾ ਮੇਰੀ ਸਖਤ ਆਲੋਚਨਾ ਹੋਊਗੀ, ਨੈਰੇਟਿਵ ਉਹਦਾ ਲੋਕਾਂ ਲਈ ਹੈ। ਉਹਦਾ ਨੈਰੇਟਿਵ ਆਪਣੀ ਜ਼ਿੰਦਗੀ ਦੇ ਉੱਤੇ ਢੁਕਦਾ ਨਹੀਂ ਹੈ, ਲੇਕਿਨ ਲੀਡਰਸ਼ਿਪ ਕਿਉਂਕਿ ਨਦਾਰਦ ਹੈ, ਲੀਡਰਸ਼ਿਪ ਦੇ ਮਾਮਲੇ 'ਚ ਖੜਾ ਹੈ। ਸੋ ਸਿੱਧੂ ਮਰਨ ਉਪਰੰਤ ਇੱਕ ਲੀਡਰ ਵਜੋਂ ਨਜ਼ਰ ਆ ਰਿਹਾ। ਉਸ ਯੂਥ ਨੂੰ ਉਹ ਉਸੇ ਤਰ੍ਹਾਂ ਗੱਲਾਂ ਕਰਦਾ ਲੱਗਦਾ ਹੈ, ਉਹ ਸਟਰਗਲ ਦੀਆਂ ਗੱਲਾਂ ਕਰਦਾ ਹੈ, ਉਹ ਇਸ ਖਿੱਤੇ ਦੀਆਂ ਲੋੜਾਂ ਦੀਆਂ ਗੱਲਾਂ ਕਰਦਾ ਹੈ, ਉਹਨੂੰ ਉਹ ਰਿਲੇਟ ਕਰਦਾ ਇਤਿਹਾਸ ਨਾਲ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਲੱਗਦਾ ਕਿ ਸੀਨੇ 'ਚੋਂ ਆ ਰਹੀਆਂ। ਸਿੱਧੂ ਢਿੱਡੋਂ ਬੋਲ ਰਿਹਾ, ਦੀਪ ਸਿੱਧੂ ਢਿੱਡੋਂ ਬੋਲਦਾ ਹੈ, ਤੇ ਢਿੱਡੋਂ ਬੋਲਣ ਵਾਲੇ ਅਪੀਲ ਕਰ ਰਹੇ ਆ ਨੌਜਵਾਨੀ ਨੂੰ, ਔਰ ਇਹ ਲੱਖਾਂ ਦੀ ਤਾਦਾਦ ਦਾ ਕਾਫਲਾ ਹੈ। ਮੈਂ ਇਹਨੂੰ ਐ ਨਹੀਂ ਕਹਿੰਦਾ ਕਿ ਦੀਪ ਸਿੱਧੂ ਦਾ ਬਿਰਤਾਂਤ ਗਲਤ ਆ, ਉਹਦਾ ਬਿਰਤਾਂਤ ਦੇਸ਼ ਕਾਲ ਤੋਂ ਪਰੇ ਆ, ਮੈਂ ਇਹ ਨਹੀਂ ਮੰਨਦਾ। ਮੈਂ ਇਹ ਕਹਿ ਰਿਹਾ ਕਿ ਉਹ ਜੋ ਕਹਿ ਰਿਹਾ, ਉਹ ਅਪੀਲ ਕਰ ਰਿਹਾ, ਉਹਦੀ ਅਪੀਲ ਬਣ ਰਹੀ ਆ, ਉਹਦਾ ਅਸਰ ਕਰ ਰਹੀ ਆ, ਤੇ ਇਹੀ ਅਪੀਲ ਜਿਹੜੀ ਰਵਾਇਤੀ ਲੀਡਰਸ਼ਿਪ ਨੂੰ ਰੱਦ ਕਰ ਰਹੀ ਆ, ਤੇ ਬਦਲਾਅ ਦੇ ਨਜ਼ਰੀਏ ਤੋਂ ਇਹ ਆਮ ਆਦਮੀ ਪਾਰਟੀ ਦੇ ਕੰਧਾੜੇ ਚੜ ਰਹੀ ਆ। ਮੇਰਾ ਮੰਨਣਾ ਹੈ ਕਿ ਅਕਾਲੀ ਲੀਡਰਸ਼ਿਪ ਨੇ ਔਰ ਫੈਡਰੇਸ਼ਨ ਵਾਲੀਆਂ ਜਿਹੜੀਆਂ ਧਿਰਾਂ ਸੀਗੀਆਂ, ਉਹ ਜਿਹੜੀ ਸਕੂਲਿੰਗ ਸੀਗੀ, ਉਹ ਲੀਡਰਸ਼ਿਪ ਦੇ ਜਿਹੜੇ ਸਕੂਲ ਸੀਗੇ, ਉਹ ਸਾਰੇ ਮਰ ਗਏ। ਹੁਣ ਬੱਚਿਆਂ ਕੋਲ ਸਿਆਸਤ ਦੀ ਸਮਝ ਨਹੀਂ ਗਈ, ਉਹਨਾਂ ਨੂੰ ਜਿਹੜਾ ਮਰਜ਼ੀ ਉਂਗਲ ਲਾ ਕੇ ਬਰਗਲਾ ਕੇ ਲੈ ਜਾਂਦਾ ਹੈ। ਮੇਰੇ ਇਸ ਖਿੱਤੇ ਦੇ ਵਿੱਚ ਜੇ ਸਭ ਤੋਂ ਵੱਡਾ ਕਾਲ ਪਿਆ ਹੈ ਤਾਂ ਰਾਜਨੀਤਿਕ ਚੇਤਨਾ ਦਾ ਪਿਆ। ਉਹ ਸਿੰਘੂ ਤੋਂ ਚੇਤਨਾ ਉਪਜਦੀ ਆ, ਲੋਕ ਉਹਨੂੰ ਗ੍ਰੈਬ ਕਰ ਲੈਂਦੇ ਆ, ਉਹਨੂੰ ਅੰਦਰ ਸਮੋ ਲੈਂਦੇ, ਉਹਦੀਆਂ ਹੀ ਗੱਲਾਂ ਕਰਦੇ ਆ। ਦੀਪ ਸਿੱਧੂ ਫੈਕਟਰ ਆਉਂਦਾ, ਉਹਦੀਆਂ ਹੀ ਗੱਲਾਂ ਕਰਦੇ ਆ। ਜੇ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਦੀ ਗੱਲ ਆਉਂਦੀ, ਉਹਦੀਆਂ ਗੱਲਾਂ ਕਰਦੇ ਆ। ਸਾਡਾ ਆਪਣਾ ਵਿਚਾਰ, ਸਾਡੀ ਆਪਣੀ ਵਿਚਾਰਧਾਰਾ, ਸਾਡੀ ਆਪਣੀ ਵਿਰਾਸਤ, ਗੁਰੂਆਂ ਤੋਂ ਅੱਗੇ ਤੁਰਦਾ ਧਾਰਾ, ਮੈਨੂੰ ਲੱਗਦਾ ਕਈ ਵਾਰੀ ਉਹ ਪਿੱਛੇ ਰਹਿ ਜਾਂਦੀ ਆ, ਅਸੀਂ ਵਕਤ ਨਾਲ ਤੁਰ ਪੈਂਦੇ। ਮੈਨੂੰ ਇੱਥੇ ਦੱਸਿਓ ਮੈਂ ਗਲਤ ਹਾਂ ਤੇ ਮੈਨੂੰ ਜ਼ਰੂਰ ਦਰੁਸਤ ਕਰ ਦਿਓ। ਨਹੀਂ, ਤੁਸੀਂ ਰੰਧਾਵਾ ਸਾਹਿਬ ਬਿਲਕੁਲ ਠੀਕ ਕਹਿ ਰਹੇ ਹੋ, ਤੁਸੀਂ ਸਮ ਅਪ ਕਰ ਰਹੇ ਇਸੇ ਐਟੀਟਿਊਡ ਨੂੰ। ਪਰ ਇਹਦੇ ਵਿੱਚ ਦੋ ਗੱਲਾਂ ਦੇਖਣ ਦੀ ਲੋੜ ਹੈਗੀ ਹੈ ਕਿ ਇਹ ਜਦੋਂ ਇੱਕ ਭਾਵੁਕ ਗੱਲ ਹੁੰਦੀ, ਜਦੋਂ ਇੱਕ ਬੇਮੌਕਾ ਕਿਸੇ ਇੱਕ ਇਹੋ ਜਿਹੇ ਬੰਦੇ ਦੀ ਜਿਹਦਾ ਕਿ ਪਿਛੋਕੜ ਭਾਵੇਂ ਕੰਟਰੋਵਰਸ਼ਲ ਰਿਹਾ ਪਰ ਐਕਟਿਵ ਰਿਹਾ, ਉਹਦੀ ਬੇਵਕਤੀ ਜਦੋਂ ਮੌਤ ਹੁੰਦੀ ਆ ਤੇ ਇੱਕ ਭਾਵੁਕ ਮੁੱਦਾ ਵੀ ਹੋ ਜਾਂਦਾ ਹੈ, ਔਰ ਉਹਨੂੰ ਐਕਸਪਲੋਇਟ ਕਰਨ ਵਾਲੀਆਂ ਧਿਰਾਂ ਵੀ ਹੁੰਦੀਆਂ ਨੇ। ਸਾਨੂੰ ਇਹ ਗੱਲ ਵੀ ਧਿਆਨ 'ਚ ਰੱਖਣੀ ਚਾਹੀਦੀ ਹੈ। ਔਰ ਇਹ ਜਦੋਂ ਐਕਸਪਲੋਇਟ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤੇ ਇਹ ਇਕੱਠ ਜਿਹੜੀ ਸੰਗਤਾਂ ਦਾ ਹੋਇਆ, ਭਾਰੀ ਹੋਇਆ, ਉਹਦੇ ਵਿੱਚ ਸਿੱਧੂ ਪ੍ਰਤੀ ਇੱਕ ਹਮਦਰਦੀ ਦੀ ਭਾਵਨਾ ਜ਼ਰੂਰੀ ਨਹੀਂ ਹੈ ਕਿ ਜਿਸ ਕਿਸਮ ਦੀ ਵਿਚਾਰਧਾਰਾ ਉੱਥੇ ਲੈ ਕੇ ਕੁਝ ਧਿਰਾਂ ਆਈਆਂ, ਜਿਸ ਨੂੰ ਆਪਾਂ ਖਾੜਕੂ ਧਿਰਾਂ ਕਹਿੰਦੇ ਆ, ਇਹ ਖਾੜਕੂ ਧਿਰਾਂ ਇਹਦੇ ਪਿੱਛੇ ਜ਼ਿਆਦਾ ਸਰਗਰਮ ਸੀਗੀਆਂ। ਪਰ ਜ਼ਰੂਰੀ ਨਹੀਂ ਕਿ ਖਾੜਕੂ ਧਿਰਾਂ ਜਿਹੜੀਆਂ ਕਿ ਉਹ ਸਿੱਖ ਚੇਤਨਾ ਦੀ ਮੇਨ ਸਟਰੀਮ ਹੋਣ। ਉਹ ਹੈਗੀਆਂ, ਇਹ 'ਚ ਕੋਈ ਸ਼ੱਕ ਨਹੀਂ, ਪਾਵਰਫੁਲ ਹੈਗੀਆਂ, ਵੋਕਲ ਹੈਗੀਆਂ, ਉਹਨਾਂ ਦੀ ਆਵਾਜ਼ ਬੜੀ ਉੱਚੀ ਹੈ। ਪਰ ਜ਼ਰੂਰੀ ਨਹੀਂ ਹੈ ਕਿ ਸਿੱਖ ਮਾਨਸਿਕਤਾ ਸਮੁੱਚੀ ਨੂੰ ਉਹ ਰਿਪਰੈਜ਼ੈਂਟ ਕਰਦੀਆਂ ਹੋਣ। ਪਰ ਮੇਰੀ ਇੱਕ ਜੋ ਨਿੱਜੀ ਰਾਏ ਹੈ ਰੰਧਾਵਾ ਸਾਹਿਬ, ਉਹ ਇਹ ਹੈ ਕਿ ਅਕਾਲੀ ਦਲ
ਜਿਹੜੀ ਹੈ ਉਹ ਪੰਥਕ ਸੋਚ ਤੋਂ ਲਾਂਭੇ ਹਟ ਕੇ ਜਿਉ ਨਹੀਂ ਸਕਦਾ, ਪਰ ਉਹਨੂੰ ਟਾਈਟ ਰੋਪ ਵਾਕਿੰਗ ਕਰਨੀ ਪੈਣੀ ਹੈ, ਕਿਉਂਕਿ ਜੇ ਖਾੜਕੂ ਧਿਰਾਂ ਸਫਾਂ ਵਾਲੀ ਉਹ ਐਟੀਟਿਊਡ ਲੈ ਕੇ ਤੁਰਦਾ ਹੈ ਤੇ ਉਹ ਅਪ੍ਰਸੰਗਕ ਹੋ ਜਾਏਗਾ। ਜੇ ਉਸਨੇ ਪ੍ਰਸੰਗਕ ਰਹਿਣਾ ਹੈ ਤੇ ਉਹਨੂੰ ਸੰਵਿਧਾਨਕ ਘੇਰੇ ਦੇ ਵਿੱਚ ਰਹਿੰਦੇ ਹੋਈ ਗੱਲ ਕਰਨੀ ਪੈਣੀ, ਔਰ ਗੱਲ ਕਰਨੀ ਸੌਖੀ ਵੀ ਹੈ, ਕਿਉਂਕਿ ਸਿੱਖ ਸਿਆਸਤ ਜਿਹੜੀ ਹੈ ਉਹ ਕਦੇ ਵੀ, ਜਿਹਨੂੰ ਸਰਬੱਤ ਦੇ ਭਲੇ ਦੀ ਆਪਾਂ ਗੱਲ ਕਰਦੇ ਹਾਂ, ਉਹ ਉਹਨਾਂ ਕੋਲ ਧਰਾਤਲ ਪਿਆ ਹੋਇਆ, ਤੇ ਸਿੱਖ ਸਿਧਾਂਤ ਦਾ ਘੇਰਾ ਜਿਹੜਾ ਹੈ ਉਹ ਕਿਸੇ ਵੀ ਤਰ੍ਹਾਂ ਕਮਿਊਨਲ ਨਹੀਂ ਹੋ ਸਕਦਾ। ਉਹ ਜੇ ਕਮਿਊਨਲ ਨਹੀਂ ਹੋ ਸਕਦਾ ਤੇ ਇਸੇ ਸਪੇਸ ਨੂੰ ਹੀ ਅਕਾਲੀ ਦਲ ਫੜ ਸਕਦਾ ਹੈ, ਇਸੇ ਨੂੰ ਹੀ ਮਜ਼ਬੂਤ ਕਰ ਸਕਦਾ ਹੈ। ਔਰ ਰੰਧਾਵਾ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ ਸੀਗਾ ਕਿ ਜਿਸ ਤਰ੍ਹਾਂ ਕੋਈ ਵੀ ਪਾਰਟੀ ਹੁੰਦੀ ਆ ਉਹਦੀ ਵਿਚਾਰਧਾਰਕ ਜਿਹੜੀ ਹੈ ਕਾਡਰ ਇੱਕ ਤਿਆਰ ਕਰਨ ਦੀ ਲੋੜ ਹੁੰਦੀ ਹੈ। ਪਹਿਲਾਂ ਯੂਥ ਹੁੰਦਾ ਸੀ, ਸਾਡੇ ਫੈਡਰੇਸ਼ਨਸ ਹੁੰਦੀਆਂ ਸੀਗੀਆਂ, ਉਹ ਨਾਦਾਰਦ ਨੇ ਇਸ ਵੇਲੇ, ਉਹ ਸਾਰੀਆਂ ਹੀ ਖਤਮ ਹੋ ਚੁੱਕੀਆਂ ਨੇ। ਅਕਾਲੀ ਦਲ ਨੂੰ ਇਹ ਸਾਰੀਆਂ ਹੀ ਵਿੰਗਸ ਮੁੜ ਕੇ ਸੁਰਜੀਤ ਕਰਨੇ ਪੈਣੇ ਆ। ਔਰ ਤੁਸੀਂ ਦੇਖੋ ਕਿ ਪਰ ਸਿਰਫ ਦਿਖਾਵੇ ਲਈ ਨਹੀਂ ਕਰਨੇ ਪੈਣੇ, ਉਹਦੇ ਚ ਪੁੱਤ ਭਤੀਜੇ ਨਹੀਂ ਵਾੜਨੇ ਪੈਣੇ। ਉਹਦੇ ਵਿੱਚ ਇਹ ਨਹੀਂ ਕਿ ਆਪਣਾ ਰਿਸ਼ਤੇਦਾਰ ਜਾਂ ਆਪਣਾ ਕੋਈ ਵੀ ਅੱਗੇ ਲਾ ਦਿਓ ਤੇ ਉਹਨੂੰ ਕਹੋ ਵੀ ਤੂੰ ਹੀ ਲੀਡਰ ਹੈ। ਉਹਦੇ ਵਿੱਚ ਜੁਗਾੜਬੰਦੀ ਨਹੀਂ ਚਾਹੀਦੀ, ਉੱਥੇ ਰੂਹਾਨੀ ਲੋਕ ਚਾਹੀਦੇ ਆ ਜਿਹੜੇ ਗਾਈਡ ਕਰ ਸਕਣ, ਜਿਹੜੇ ਬੰਦਿਆਂ ਨੂੰ ਖੜੇ ਕਰ ਸਕਣ ਤੇ ਵਿਚਾਰ ਦੇ ਨਾਲ ਤੁਹਾਡੀ ਲੀਡਰਸ਼ਿਪ ਨਾਲ ਜੋੜ ਸਕਣ। ਜੀ ਜੀ ਰੰਧਾਵਾ ਸਾਹਿਬ, ਦੇਖੋ ਗੱਲ ਇਹ ਹੈ ਕਿ ਬਦਕਿਸਮਤੀ ਤੇ ਦੇਖੋ ਕਿ ਇਹ ਇੱਕੋ ਇੱਕ ਪਾਰਟੀ ਹੈ ਜਿਹੜੀ ਖੇਤਰੀ ਪਾਰਟੀ, ਮੈਂ ਸਮਝਦਾ ਇਹਦੀ ਵਾਰਸ ਹੋਣੀ ਚਾਹੀਦੀ ਹੈ, ਜਿਹਦਾ ਕੋਈ ਇੰਟੈਲੈਕਚੁਅਲ ਵਿੰਗ ਹੀ ਨਹੀਂ ਹੈ। ਤੁਸੀਂ ਦੇਖੋ ਬਦਕਿਸਮਤੀ ਦਾ ਆਲਮ ਕਿ ਵਿਚਾਰਾਂ ਦੀ ਦੁਨੀਆ ਵਿੱਚ ਅਸੀਂ ਵਿਚਰਨਾ ਹੈ, ਵਿਚਾਰਾਂ ਦਾ ਭੇੜ ਹੈ, ਇੱਕ ਨੈਰੇਟਿਵ ਸਿਰਜਣਾ ਹੈ, ਉਹਨੂੰ ਸੇਧ ਦੇਣੀ ਹੈ। ਇਹਦੇ ਵਿੱਚ ਕੋਈ, ਤੁਸੀਂ ਦੇਖੋ ਅਕਾਲੀ ਦਲ ਦਾ ਇੰਟੈਲੈਕਚੁਅਲ ਵਿੰਗ ਜਿਸ ਨੂੰ ਕਹੀਏ, ਕੋਈ ਨਹੀਂ ਹੈ। ਨਾ ਡਾਕਟਰਾਂ ਦੇ ਵਿੱਚ, ਨਾ ਵਕੀਲਾਂ ਦੇ ਵਿੱਚ, ਨਾ ਯੂਨੀਵਰਸਿਟੀਆਂ ਵਿੱਚ, ਨਾ ਸਕੂਲਾਂ ਵਿੱਚ। ਬਦਕਿਸਮਤੀ ਹੈ, ਨਾ ਵਿਦਿਆਰਥੀਆਂ 'ਚ ਵੀ ਹੈ ਨਹੀਂ, ਕਿਸੇ ਜ਼ਮਾਨੇ 'ਚ ਹੁੰਦਾ ਤੇ ਨਾਮ ਤਰੀਕ ਹੋ ਗਿਆ। ਸੋ ਕਾਫੀ ਕੁਝ ਕਰਨ ਵਾਲਾ ਖਲਾ ਹੈਗਾ। ਜਿਸ ਢੰਗ ਨਾਲ ਅਕਾਲੀ ਸਿਆਸਤ ਹੁਣ ਤੱਕ ਚੱਲਦੀ ਰਹੀ ਹੈ ਭਾਈ ਭਤੀਜਾਵਾਦ ਦੇ ਆਧਾਰ ਤੇ, ਉਹਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਦੀ ਲੋੜ ਹੈ। ਇਹਨੂੰ ਲਿਆਏ ਬਿਨਾਂ ਸ਼ਾਇਦ ਅਕਾਲੀ ਦਲ ਲੀਹਾਂ ਤੇ ਨਾ ਆ ਸਕੇ। ਤਾਕਤ ਦੀ ਖੇਡ ਚੱਲਦੀ ਰਹਿੰਦੀ ਹੈ। ਬਲਕਾਰ ਸਿੰਘ ਹੋਣਾ ਨਾਲ ਮੈਂ ਇਸ ਗੱਲ ਤੇ ਕਦੇ ਸਹਿਮਤ ਨਹੀਂ ਹੋਇਆ ਕਿ ਬਾਦਲ ਨੇ ਆ ਕੇ ਖਤਮ ਕਰ ਦਿੱਤਾ ਹੋਇਆ ਹੈ, ਇਹ ਪਰਿਵਾਰਵਾਦ ਹੋ ਗਿਆ। ਇਹ ਸਾਰੀਆਂ ਪਾਰਟੀਆਂ ਦੀ ਇਹ ਸਮੱਸਿਆ ਹੈਗੀ ਹੈ। ਕੋਈ ਪਾਰਟੀ ਲੈ ਲਓ ਪਰਿਵਾਰਵਾਦ ਤੋਂ ਬਾਅਦ ਨਹੀਂ ਨਿਕਲਦੀ। ਇਹ ਬਦਕਿਸਮਤੀ ਹੈ, ਇਹ ਪ੍ਰੈਕਟੀਕਲ ਪੋਲਿਟਿਕਸ ਦੀ ਇੱਥੋਂ ਦੀ ਇੱਛਾ ਸਾਡੀ ਇਹੀ ਹੈ ਕਿ ਇਹ ਕਿਸੇ ਤਰ੍ਹਾਂ ਇਹ ਤੋਂ ਨਿਕਲ ਕੇ ਹੋ ਜਾਏ। ਇਹ ਸਮੱਸਿਆ ਜਿਹੜੀ ਹੈ ਇਹ $1 ਮਿਲੀਅਨ ਕੁਐਸਚਨ ਰੰਧਾਵਾ ਸਾਹਿਬ ਸਾਡੇ ਸਾਹਮਣੇ ਹੈਗਾ। ਮੇਰੀ ਇੱਛਾ ਇਹੀ ਹੈ, ਜਦੋਂ ਤੁਸੀਂ ਪ੍ਰਸ਼ਨ ਕੀਤਾ ਕਿ ਇਸ ਖਿੱਤੇ ਦੀ ਪਾਰਟੀ, ਇਹ ਅਕਾਲੀ ਦਲ ਵਾਰਿਸ ਹੈ, ਇਹ ਵਾਰਿਸ ਦਾ ਰੋਲ ਇਹਨੂੰ ਕਰਨਾ ਚਾਹੀਦਾ ਹੈ। ਉਹਦੇ ਵਾਰਿਸ ਦਾ ਰੋਲ ਕਰਨ ਵਾਸਤੇ ਸਮਰੱਥ ਤਾਂ ਹੀ ਹੋ ਸਕਦਾ ਹੈ ਕਿ ਇੱਕ ਬਹੁਤ ਵੱਡੀ ਤਬਦੀਲੀ ਇਹਨੂੰ ਲਿਆਉਣੀ ਪੈਣੀ ਹੈ ਆਪਣੀ ਕਾਰਜ ਸ਼ੈਲੀ ਦੇ ਵਿੱਚ। ਜੇ ਕਾਰਜ ਸ਼ੈਲੀ ਵਿੱਚ ਵੱਡੀ ਤਬਦੀਲੀ ਨਹੀਂ ਆਉਂਦੀ ਤੇ ਉਹ ਪ੍ਰਸੰਗਤਾ ਵੀ ਗਵਾ ਬੈਠੇਗੀ। ਜੀ, ਮੈਂ ਪ੍ਰੋਫੈਸਰ ਬਲਕਾਰ ਸਿੰਘ, ਆਖਰੀ ਰਾਉਂਡ ਤੇ ਤੁਸੀਂ ਖੁੱਲ ਕੇ ਗੱਲ ਕਰ ਲਓ। ਮੈਨੂੰ ਫੇਰ ਇੰਜ ਲੱਗਦਾ ਹੈ ਕਿ ਆਲੋਚਕ ਚਾਹੀਦੇ ਨਹੀਂ, ਮੈਨੂੰ ਲੱਗਦਾ ਲੀਡਰਸ਼ਿਪ ਨੂੰ ਆਪਣੀ ਆਲੋਚਨਾ ਕਰਨ ਵਾਲੇ ਵਿਉ ਵਿਖਾਈ ਦਿੰਦੇ ਆ। ਮੈਨੂੰ ਇਹ ਵੀ ਲੱਗਦਾ ਹੈ ਕਿ ਜਿਨ੍ਹਾਂ ਕੋਲ ਬਹੁਤ ਵੱਡੀ ਵਿਰਾਸਤ ਸੀ, ਜਿਨ੍ਹਾਂ ਕੋਲ ਬਹੁਤ ਸਾਰਾ ਸਰਮਾਇਆ ਘਰੇ ਪਿਆ ਸੀ, ਉਹ ਲੱਭਦੇ ਕਿਤੇ ਗੈਰਾਂ ਕੋਲੇ ਪਏ ਰਹੇ। ਜਿਹੜੀ ਪਾਰਟੀ ਸੱਤਾ ਚ ਆਉਣ ਲਈ ਤਰਲੋ ਮੱਛੀ ਹੋ ਰਹੀ ਆ, ਸੱਤਾ ਉਹਨਾਂ ਦੇ ਕੋਲ ਪਈ ਸੀ, ਉਹਨਾਂ ਦਾ ਧਰਾਤਲ ਸੱਤਾ ਤੇ ਖੜਾ ਸੀ। ਉਹਨਾਂ ਦੇ ਕੋਲ ਆਪਣਾ 40-50% ਦਾ ਇੱਕ ਧਾਰਾ ਸੀ ਜਿਹਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਵੀ ਪ੍ਰਗਟਦਾ ਤੇ ਕਾਂਗਰਸ ਨੂੰ ਖੜਾ ਕਰ ਲੈਂਦਾ। ਅੱਜ ਉਹੀ ਜਜ਼ਬਾ ਰੂਪਮਾਨ ਹੁੰਦਾ ਹੈ ਵੱਖ-ਵੱਖ ਥਾਵਾਂ ਤੇ ਜਾ ਕੇ, ਜਿਹੜਾ ਕਦੇ 100 ਸਾਲ ਤੋਂ ਲਗਭਗ 80 ਸਾਲਾਂ ਤੱਕ ਅਕਾਲੀ ਦਲ ਦੇ ਨਾਲ ਤੁਰਦਾ ਰਿਹਾ। ਮੈਂ ਆਖਰੀ ਰਾਉਂਡ ਦੇ ਵਿੱਚ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ। ਰੰਧਾਵਾ ਸਾਹਿਬ, ਕੇਰ ਸਿੰਘ ਨੇ ਜਿਹੜੀਆਂ ਗੱਲਾਂ ਕਹੀਆਂ ਨੇ, ਮੈਂ ਉਹਨਾਂ ਨਾਲ ਕੋਈ ਮੇਰੀ ਅਸਹਿਮਤੀ ਨਹੀਂ, ਮੈਂ ਕੰਟੈਸਟ ਵੀ ਨਹੀਂ ਕਰਨਾ ਚਾਹੁੰਦਾ ਉਹਨਾਂ ਨੂੰ, ਮਤਲਬ ਮੈਂ, ਪਰ ਉਹਦੇ ਵਿੱਚ ਇਹ ਗੱਲ ਤੇ ਇਹਨਾਂ ਨੇ ਆਪ ਵੀ ਮੰਨ ਲਈ ਹੈ ਕਿ ਸਿਆਸਤ, ਜਾਂ ਮੰਨ ਲਈ ਜਾਂ ਮੈਂ ਉਹਨੂੰ ਬਰੀਫ ਇਸ ਤਰ੍ਹਾਂ ਕਰ ਰਿਹਾ ਕਿ ਸਿਆਸਤ ਜਿਹੜੀ ਹੈ ਉਹਦਾ ਜਿਹੜਾ ਉਹਦੇ ਪਰਿਵਾਰਵਾਦ ਜਿਹੜਾ ਇਨਐਵੀਟੇਬਲ ਹੈ, ਉਹ ਤੋਂ ਬਚਿਆ ਨਹੀਂ ਜਾ ਸਕਦਾ। ਤੇ ਸਿੱਖ ਧਰਮ ਵਿੱਚ ਮਤਲਬ ਜਿਹੜਾ ਰਿਸ਼ਤੇਦਾਰੀ ਹੈ, ਜਿਹੜੇ ਧੜੇਬਾਜ਼ੀ ਹੈ, ਜਿਹੜੀ ਪਰਿਵਾਰਵਾਦ ਹੈ, ਇਹਦੀ ਕਿਸ ਤਰ੍ਹਾਂ ਦੀ ਹੈ, ਉਹ ਚਲੋ ਉਸ ਸਿਧਾਂਤਕ ਤੌਰ ਤੇ ਮੈਂ ਉਧਰ ਵੀ ਨਹੀਂ ਜਾਂਦਾ। ਮੈਂ ਇਹ ਕਹਿਣਾ ਕਿ ਸਾਨਿਸ਼ ਜਦੋਂ ਸਿਆਸਤ ਦੀ, ਸਿੱਖ ਸਿਆਸਤ ਦੀ ਗੱਲ ਕਰਦੇ ਹਾਂ
ਤੇ ਉਹਨੂੰ ਪੰਜਾਬ ਸਪੈਸੀਫਿਕ ਕਿਉਂ ਕਰਦੇ ਆ? ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਸਿੱਖ ਦਾ ਘਰ ਹੈ। ਮੈਂ ਇਹ ਸਮਝਦਾ ਜਿਹੜਾ ਮਤਲਬ ਖਾਲਿਸਤਾਨੀ ਨਾਰਾ ਹੈ ਨਾ ਵੀ ਸਾਨੂੰ ਆਪਣਾ ਘਰ ਚਾਹੀਦਾ ਹੈ, ਉਹ ਘਰ ਪੰਜਾਬ ਹੀ ਹੈ। ਇਹ ਖਾਲਿਸਤਾਨ ਹੋਰ ਕਿਤੇ ਨਹੀਂ ਬਣ ਸਕਦਾ, ਇਹ ਇੱਥੇ ਹੀ ਬਣਨਾ। ਤੇ ਮੈਂ ਕਹਿ ਰਿਹਾ ਕਿ ਤੁਹਾਨੂੰ ਇੰਨੇ ਵੱਡੇ ਵਿਦਵਾਨ ਹੋ ਕੇ ਸਹਾਰੇ ਕਿਉਂ ਲੈਣੇ ਪੈਣ? ਨਾਵਾਂ ਥਾਵਾਂ ਤੇ ਨਹੀਂ, ਮੈਂ ਫਿਰ ਇੱਕ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ ਸਾਨੂੰ ਨਾਵਾਂ ਥਾਵਾਂ ਤੇ ਕਿਉਂ ਜਾਣਾ ਪੈ ਜੇ। ਮੈਂ ਇਹ ਸਮਝਦਾ ਕਿ ਜਦੋਂ ਅਸੀਂ ਕਿਸੇ ਸਿਆਸਤ ਦੀ ਗੱਲ ਕਰਦੇ ਹਾਂ, ਅਸੀਂ ਘਰ ਦੀ ਗੱਲ ਕਰਦੇ ਹਾਂ ਤੇ ਘਰ ਨੂੰ ਸਾਂਭਣਾ ਪੈਂਦਾ ਹੈ। ਸਾਨੂੰ ਸਭ ਤੋਂ ਪਹਿਲਾਂ ਵਿਚਾਰ ਨਾਲ ਤੁਰਨਾ ਪੈਂਦਾ ਤੇ ਵਿਚਾਰ ਜੇ ਨਵਾਂ ਬਣਨ ਦੀ ਬਜਾਏ ਪਹਿਲਾਂ ਕਾਇਮ ਮਕਾਮ ਹੋਵੇ, ਸਾਡੀ ਵਿਰਾਸਤ 'ਚ ਹੀ ਪਿਆ ਹੋਵੇ ਤੇ ਉਹਨੂੰ ਸਿਰਫ ਦ੍ਰਿੜ ਕਰਾਉਣਾ ਹੋਵੇ ਤਾਂ ਉੱਥੇ ਹੀ ਸਾਡੀ ਲੀਡਰਸ਼ਿਪ ਫੇਲ ਹੋ ਜੇ। ਗੱਲ ਤਾਂ ਉਹ ਕਰ ਰਿਹਾ। ਐਗਜ਼ੈਕਟਲੀ ਮੈਂ ਇਹੀ ਕਹਿਣਾ ਚਾਹੁੰਦਾ ਸੀ। ਲੈਂਗੁਏਜ ਅਲੱਗ ਸੀ। ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਜਿਹੜਾ ਘਰ ਪੰਜਾਬ, ਜਿਹੜਾ ਘਰ ਹੈ ਸਿੱਖਾਂ ਦਾ, ਇਹ ਬਣ ਗਿਆ। ਇੱਥੇ ਸਿੱਖਾਂ ਦੀ ਮਤਲਬ ਜਿਹੜਾ ਹੋ ਗਿਆ ਇਹ ਵੀ ਸਿੱਖ ਬਿਨਾਂ ਅੱਗੇ ਨਹੀਂ ਆ ਸਕਦਾ ਕੋਈ, ਉਹ ਵੀ ਹੋ ਗਿਆ। ਬਥੇਰੇ ਰੌਲੇ ਪਏ ਨੇ ਉਹਦੇ, ਉਹ ਅਲੱਗ ਹੈ। ਹੁਣ ਜਿਹੜਾ ਦੇਸ਼ ਦਾ ਵਿਧਾਨ ਹੈ, ਜਿਸ ਦੇਸ਼ ਦਾ ਸੀ ਹਿੱਸਾ, ਉਹਦੇ ਵਿਧਾਨ ਮੁਤਾਬਕ ਜਿਹੋ ਜਿਹਾ ਘਰ ਬਣ ਸਕਦਾ ਸੀ ਉਹ ਘਰ ਬਣ ਗਿਆ। ਇਹਨੂੰ ਤੁਹਾਡੀ ਲੈਂਗੁਏਜ ਇਹਨੂੰ ਸੰਭਾਲਣਾ ਤੇ ਅਸੀਂ ਆ ਨਾ। ਸੰਭਾਲਣ ਵਿੱਚ ਅਕਾਲੀ ਪੋਲਿਟਿਕਸ ਜਿਹੜੀ ਹੈ ਉਹ ਕੰਮ ਆ ਸਕਦੀ ਸੀ। ਅਕਾਲੀ ਹੀ ਕੰਮ ਆਉਣਾ ਹੈ ਜਦ ਮਤਲਬ ਇਹਦੇ ਵਿੱਚ। ਪਰ ਅਕਾਲੀਅਤ ਨੂੰ ਹਾਈਜੈਕ ਇੱਕ ਪਰਿਵਾਰ ਨੇ ਕਰ ਲਿਆ। ਜਦੋਂ ਮਤਲਬ ਇਹ ਕਿਵੇਂ ਹਾਈਜੈਕ ਕਿਵੇਂ ਹੁੰਦਾ ਹੈ? ਉਹਨਾਂ ਨੇ ਆਪਣੇ ਹਿਸਾਬ ਨਾਲ ਕਰ ਲਓ, ਪੰਜਾਬੀ ਪਾਰਟੀ ਬਣਾਉਣ, ਜੋ ਮਰਜ਼ੀ ਬਣਾਉਣ, ਪਰ ਜਦੋਂ ਉਹ ਸ਼ੁਰੂ ਤੇ ਮਤਲਬ ਕਬਜ਼ਾ ਕਰਦੇ ਨੇ ਤਾਂ ਆਪਣੀ ਮਰਜ਼ੀ ਨਾਲ ਚਲਾਉਂਦੇ ਨੇ ਤੇ ਅਕਾਲ ਤਖਤ ਤੋਂ ਆਪਣੀ ਮਰਜ਼ੀ ਨਾਲ ਚਲਾਉਂਦੇ ਨੇ। ਤੇ ਉਹ ਜਜ਼ਬੇ ਨੂੰ ਕੰਟਰੋਲ ਕਰਨ ਵਾਸਤੇ ਨਾ ਤੇ ਉਹ ਜਜ਼ਬਾ ਕੰਟਰੋਲ 'ਚ ਰਹਿੰਦਾ ਤੇ ਨਾ ਉਹਦੀ ਕੋਈ ਸਿਹਤ ਵਜੋਂ ਚੱਲਦਾ ਹੈ। ਇਸ ਕਰਕੇ ਮੈਂ ਸਮਝਦਾ ਹਾਂ ਕਿ ਜਿਹੜੀ ਕੇਸ ਸਿੰਘ ਸਾਰੀਆਂ ਗੱਲਾਂ ਕਹਿੰਦੇ ਉਹ 'ਚ ਇੱਕ ਗੱਲ ਐਡ ਕਰਨਾ ਚਾਹੁੰਦਾ ਵੀ ਜਿਵੇਂ ਸੰਸਥਾਵਾਂ ਫੇਲ ਕੀਤੀਆਂ ਨੇ ਬਾਦਲ ਪਰਿਵਾਰ ਨੇ, ਕਿਉਂਕਿ ਪਹਿਲਾਂ ਤਾਂ ਸਿੱਖ ਸਟੂਡੈਂਟ ਫੈਡਰੇਸ਼ਨ ਭਾਵੇਂ ਚੰਗੀ ਭਾਵੇਂ ਮਾੜੀ ਚੱਲਦੀ ਸੀ, SOI ਤੇ ਆਣ ਕੇ ਬਾਦਲ ਪਰਿਵਾਰ ਨੇ ਬਣਾਈ ਹੈ ਨਾ। ਜਰੋਡੇ ਜਿਹੜੇ ਨੇ ਉਹਨਾਂ ਨੂੰ ਅੱਗੇ ਲਿਆ ਕੇ ਤੇ ਬਾਦਲ ਪਰਿਵਾਰ ਨੇ ਲਾਇਆ ਨਾ। ਅੱਗੇ ਸਿੱਖ ਹੋ ਕੇ ਮਤਲਬ ਕੇਸਾਧਾਰੀ ਅੱਗੇ ਲੱਗਦੇ ਸਨ। ਅਕਾਲੀ ਦਲ 'ਚ ਇਹੋ ਜਿਹੇ ਬੰਦੇ ਨਹੀਂ ਸੁਣਾਉਂਦੇ ਆ ਗਏ। ਹੁਣ ਸਾਡੇ ਕੋਲ ਮਤਲਬ ਸਿੱਖ ਸਟੂਡੈਂਟ ਫੈਡਰੇਸ਼ਨ 'ਚ ਵੀ ਰੋਡੇ ਹੁੰਦੇ ਸੀ। ਡਾਕਟਰ ਹਰਬੰਸ ਲਾਲ ਪ੍ਰਧਾਨ ਰਿਹਾ ਰੋਡੇ ਦੇ ਤੌਰ ਤੇ ਮਤਲਬ ਸਿੱਖ ਸਟੂਡੈਂਟ ਫੈਡਰੇਸ਼ਨ ਦਾ, ਪਰ ਉਹਦੇ ਸਿੱਖ ਹੋਣ ਤੇ ਕੋਈ ਸ਼ੰਕਾ ਨਹੀਂ ਸੀ ਕਰਦਾ। ਹੁਣ ਤੇ ਜਿਹੜੇ ਸਿੱਖ ਲੱਗਦੇ ਨੇ ਉਹਨਾਂ ਤੇ ਵੀ ਸ਼ੰਕਾ ਕਰ ਰਹੇ ਸੀ। ਜਿਹੜੀ ਪ੍ਰੋਬਲਮ ਤੋਂ ਤੁਸੀਂ ਸ਼ੁਰੂ ਕੀਤਾ ਸੀ ਵੀ ਇਹ ਜਿਹੜਾ ਇੰਨਾ ਇਕੱਠ ਹੋਇਆ, ਜਿਹੜਾ ਸੁਤੇ ਇਕੱਠ ਹੋਇਆ, ਕੁਦਰਤੀ ਇਕੱਠ ਹੋਇਆ, ਉਹਦੇ ਵਿੱਚ ਜਜ਼ਬਾ ਅੰਡਰ ਕਰੰਟ ਜਿਹੜਾ ਜਜ਼ਬਾ ਹੈ ਉਹ ਕੀ ਸੀ? ਅੰਡਰ ਕਰੰਟ ਜਜ਼ਬਾ ਇਹ ਸੀ ਜਿਹੜਾ ਕੇਰ ਸਿੰਘ ਨੇ ਫਿਕਰਾ ਕਿਹਾ ਸੀ ਵੀ ਅਕਾਲੀ ਦਲ ਜੇ ਪੰਥਕ ਨਹੀਂ ਰਹੇਗਾ ਤੇ ਸਰਵਾਈਵ ਨਹੀਂ ਕਰੇਗਾ। ਤੇ ਇਹ ਹੋਇਆ ਤੇ ਇਹ ਅੱਗੋਂ ਜਾ ਕੇ ਵੀ ਮਤਲਬ ਇਸ ਤੋਂ ਵੱਧ ਵੀ ਹੋ ਸਕਦਾ ਹੈ। ਇਸ ਕਰਕੇ ਮੇਰਾ ਮਤਲਬ ਕਨਕਲੂਜਨ ਇਹ ਹੈ ਕਿ ਮੈਂ ਜਿਸ ਢੰਗ ਨਾਲ ਅਕਾਲੀ ਦਲ ਇੱਕ ਮਤਲਬ ਇਸ ਵੇਲੇ ਹਾਈਜੈਕਟ ਪੋਜੀਸ਼ਨ ਵਿੱਚ ਚੱਲ ਰਿਹਾ ਹੈ, ਅਕਾਲੀ ਦਲ ਆਪਣੀ ਸਪਿਰਿਟ 'ਚ ਨਹੀਂ ਚੱਲ ਰਿਹਾ, ਆਪਣੇ ਪ੍ਰਸੰਗ ਵਿੱਚ ਨਹੀਂ ਚੱਲ ਰਿਹਾ, ਮਤਲਬ ਇੱਕ ਹਾਈਜੈਕਟ ਪੋਜੀਸ਼ਨ ਚੱਲ ਰਹੀ ਹੈ। ਉਸ ਹਾਈਜੈਕਟ ਪੋਜੀਸ਼ਨ ਜਿਹੋ ਜਿਹੀ ਚੇਂਜ ਲੀਡਰਸ਼ਿਪ 'ਚ ਚਾਹੀਦੀ ਹੈ ਉਹ ਲਿਆਉਣੀ ਚਾਹੀਦੀ ਹੈ। ਹਾਲਾਂਕਿ ਮੈਂ ਇਸ ਗੱਲ ਤੇ ਹੈਗਾ ਕਲੀਅਰ ਹਾਂ ਕਿ ਜੇ ਸਾਡਾ ਮਤਲਬ ਚੌਕੀਦਾਰ ਫੇਲ ਹੋ ਜਾਏ ਤੇ ਅਸੀਂ ਮਤਲਬ ਜਿਹੜਾ ਆਪਣੀ ਜਾਇਦਾਦ ਹੈ ਉਹਨੂੰ ਅੱਗੇ ਤਰੀ ਲਾ ਦਿਆਂਗੇ। ਚੌਕੀਦਾਰ ਦੀ ਫੇਲ ਹੁੰਦਾ ਚੌਕੀਦਾਰ ਨੂੰ ਕਹਾਂਗੇ ਨਾ। ਤੇ ਇਸ ਕਰਕੇ ਮੈਂ ਇਸ ਫੇਲ ਬਾਦਲ ਪਰਿਵਾਰ ਨੂੰ ਮੰਨਦਾ, ਕਿਉਂਕਿ ਜਿੰਨੀ ਡਿਕਲਾਈਨ ਆਈ ਹੈ, ਜਿਹਦੇ ਤੇ ਅਸੀਂ ਅੱਜ ਆਣ ਕੇ ਖੜੇ ਹੋਏ ਹਾਂ ਤੇ ਉਹ ਸਵਾਲ ਪੈਦਾ ਹੋ ਰਹੇ ਨੇ, ਉਹ ਸਾਰੀ ਬਾਦਲ ਦੀ ਰਜੀਮ 'ਚ ਆਈ ਹੈ। ਪਰ ਮੈਂ ਪ੍ਰੋਫੈਸਰ ਸਾਹਿਬ ਨਹੀਂ ਸੀ। ਮੈਂ ਇੱਥੇ ਜੇ ਤੁਹਾਨੂੰ ਇਹ ਬੇਨਤੀ ਕਰਾਂ, ਮੈਂ ਇਹਨੂੰ ਖਤਮ ਕਰਨਾ ਚਾਹੂੰਗਾ, ਅਸੀਂ ਕਾਫੀ ਅੱਗੇ ਲੰਘ ਆਏ ਹਾਂ। ਜੇ ਮੈਂ ਤੁਹਾਨੂੰ ਇਹ ਬੇਨਤੀ ਕਰਾਂ ਕਿ ਤੁਸੀਂ ਜਿਹੜੇ ਸਿੱਖ ਵਿਦਵਾਨ ਹੋ, ਜੇ ਤੁਸੀਂ ਥੋੜੇ ਬਹੁਤੇ ਵੀ ਖੈਰ ਖਵਾਓ ਇਸ ਜਜ਼ਬੇ ਦੇ ਤੇ ਇਸ ਖਿੱਤੇ ਦੇ, ਤਾਂ ਤੁਸੀਂ ਇੱਕ ਇਕੱਠੇ ਹੋ ਕੇ 5-7 ਵੱਡੇ ਲੋਕ ਕਿਉਂ ਨਹੀਂ ਸੁਖਬੀਰ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਲੈਂਦੇ? ਤੁਹਾਨੂੰ ਇਹਦੇ 'ਚ ਮੁਸ਼ਕਿਲ ਕੀ ਆ ਕਿ ਤੁਸੀਂ ਇੱਕ ਵਾਰੀ ਆਪਣੀ ਗੱਲ ਕਹਿ ਕੇ ਆਓ, ਅਗਲੀ ਵਾਰ ਤੁਹਾਨੂੰ ਇਹਨਾਂ ਮੰਚਾਂ ਤੋਂ ਇਹ ਗੱਲ ਪੁਖਤਗੀ ਨਾਲ ਰੱਖਣ ਦਾ ਹੋਰ ਸੌਖਾ ਹੋ ਜਾਊਗੀ। ਉਹ ਤਾਂ ਯਾਰ ਸੁਣਦੇ ਹੀ ਨਹੀਂ, ਉਹਨਾਂ ਦੇ ਅੰਦਰ ਦੀ ਕੀ ਭਾਵਨਾ ਹੈ ਘੱਟੋ ਘੱਟ ਉਹ ਸਮਝਣ ਦੀ ਯਤਨ ਤੇ ਕਰੋ। ਮੈਂ ਇਸ ਮੰਚ ਤੋਂ ਆਵਾਜ਼ ਦੇ ਦਿੰਦਾ, ਤੁਸੀਂ ਮੌਜੂਦਾ ਅਕਾਲੀ ਲੀਡਰਸ਼ਿਪ ਨਾਲ ਇੱਕ ਸੰਵਾਦ ਵਿੱਚ ਆਓ, ਇੱਕ ਡਿਸਕਸ਼ਨ 'ਚ ਆਓ। ਤੁਸੀਂ ਜਾਓ, ਬਾਬੇ ਨਾਨਕ ਨੇ ਸਾਨੂੰ ਚਰਚਾ ਲਈ ਕਿਹਾ ਹੈ, ਹਮੇਸ਼ਾ ਡਿਸਕਸ਼ਨ ਲਈ ਕਿਹਾ, ਆਪਾਂ ਵਿਚਾਰ ਦੇ ਨਾਲ ਤੁਰ ਸਕਦੇ ਹਾਂ। ਤੁਸੀਂ ਜਾਓ, ਉਹਨਾਂ ਨੂੰ ਕਹੋ ਕਿ ਇਹ ਜਿਹੜੀ ਧਾਰਾ ਇਹਦੇ ਤੋਂ ਅਸੀਂ ਵੱਖ ਨਹੀਂ ਹੈਗੇ ਤੇ ਤੁਸੀਂ ਇਹਦੇ ਅਲੰਬਰਦਾਰ ਹੋ ਤੇ ਤੁਸੀਂ ਇੱਥੇ ਆ ਗਲਤੀਆਂ ਕਰ ਰਹੇ ਹੋ। ਕੋਈ ਜਾ ਕੇ ਦੱਸੇ ਤਾਂ ਸਹੀ ਉਹਨਾਂ ਨੂੰ। ਮੇਰਾ ਕਹਿਣ ਦਾ ਮਤਲਬ ਕਿ ਇਸ ਖਿੱਤੇ ਦੀ ਪਾਰਟੀ ਨੂੰ ਮਾਰਨ ਨਾਲੋਂ
ਜੇ ਉਸ ਪਾਰਟੀ ਨੂੰ ਸੁਧਾਰ ਲਿਆ ਜਾਵੇ ਤਾਂ ਬਿਹਤਰ ਹੈ। ਤੁਸੀਂ 8-10 ਜਣਿਆਂ ਦਾ ਇੱਕ ਵਫਦ ਬਣੋ, ਡਾਕਟਰ ਕੇਰ ਸਿੰਘ ਨੂੰ ਕਹੋ ਕਿ ਇਹ ਇਨੀਸ਼ੀਏਟ ਕਰਨ, ਤੁਸੀਂ ਜਾਓ, ਆਪਣੀ ਗੱਲ ਦਿਲ ਦੀ ਖੁੱਲ ਕੇ ਰੱਖੋ, ਉਹਨਾਂ ਦੇ ਸਾਹਮਣੇ ਉਹਨਾਂ ਦੀ ਆਲੋਚਨਾ ਕਰੋ। ਮੇਰਾ ਖਿਆਲ ਦਿਲ ਗੁਰਦੇ ਵਾਲੇ ਲੋਕ ਆ, ਸੁਣਨਗੇ, ਤੇ ਜੇ ਉਹਨਾਂ ਦੇ ਵਿੱਚ ਭੋਰਾ ਵੀ ਦਮ ਹੋਇਆ ਤਾਂ ਮੰਨਣਗੇ ਵੀ। ਉਹਨਾਂ ਨੂੰ ਦਿਓ ਸਜ਼ਾ। ਤੇ ਫਿਰ ਮੈਨੂੰ ਲੱਗਦਾ ਕਿ ਲੀਡਰਸ਼ਿਪ ਦੇ ਨਜ਼ਰੀਓਂ ਤੁਹਾਨੂੰ ਸਿਮਰਨਜੀਤ ਸਿੰਘ ਮਾਨ ਤੋਂ ਲੈ ਕੇ ਬਾਕੀਆਂ ਨੂੰ ਵੀ ਇਸ ਗੱਲ ਤੇ ਲਿਆਉਣਾ ਚਾਹੀਦਾ ਕਿ ਜੇ ਅਸੀਂ ਦਾਇਰਿਆਂ 'ਚ, ਸੰਵਿਧਾਨ ਦੇ ਦਾਇਰਿਆਂ ਦੇ ਵਿੱਚ ਇਸ ਖਿੱਤੇ ਲਈ ਕੁਝ ਹਾਸਲ ਕਰ ਸਕਦੇ ਹਾਂ। ਅੱਜ ਸੁਨੀਲ ਜਾਖੜ ਦਾ ਇੱਕ ਬਿਆਨ ਆ ਕਿ ਕੈਪਟਨ ਅਮਰਿੰਦਰ ਔਰ ਢੀਂਡਸਾ ਔਰ ਸਾਰੇ ਦੇ ਸਾਰੇ ਸੁਖਬੀਰ ਬਾਦਲ ਸਮੇਤ ਉਹਨਾਂ ਨੇ ਭਗਵੰਤ ਮਾਨ ਨੂੰ ਵੀ ਆਵਾਜ਼ ਮਾਰੀ ਆ ਕਿ ਚਲੋ ਮੌਜੂਦਾ ਸਰਕਾਰ ਦੇ ਸਾਹਮਣੇ ਜਾ ਕੇ ਪੰਜਾਬ ਦੀਆਂ ਸਾਂਝੀਆਂ ਮੁਸ਼ਕਲਾਂ ਰੱਖੀਏ। ਤਾਂ ਮੈਨੂੰ ਲੱਗਦਾ ਕਿ ਤੁਹਾਨੂੰ, ਤੁਹਾਡੇ ਵਰਗੇ ਬੁੱਧੀਜੀਵੀਆਂ ਨੂੰ ਇਹ ਕਰਨ ਦੀ ਲੋੜ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਮੇਰੇ ਖਿਆਲ ਹੋ ਸਕਦਾ ਮੈਂ ਦੋਨਾਂ ਤੋਂ ਇੱਕ ਪੁੱਛ ਲਵਾਂ, ਇਹ ਹੋ ਸਕਦਾ ਕਿ ਨਹੀਂ ਹੋ ਸਕਦਾ? 50% ਹੋਇਆ, ਅਸੀਂ ਤਾਂ ਤਿਆਰ ਆ, ਉਹ ਅੱਗੋਂ ਨਹੀਂ ਤਿਆਰ। ਰੰਧਾਵਾ ਸਾਹਿਬ, ਗੱਲ ਇਹ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਬਲਕਾਰ ਸਿੰਘ ਹੋਣੀ ਗੱਲ ਕਰ ਰਹੇ, ਕਈ ਵਾਰ ਜਿਹੜੀ ਹੈ ਨਾ, ਮਤਲਬ ਖੇਤਰੀ ਪਾਰਟੀ ਦਾ ਤੁਸੀਂ ਮੁੱਦਾ ਲੈ ਰਹੇ ਹੋ, ਇਸ ਖੇਤਰ ਦੀ ਪਾਰਟੀ ਦਾ। ਮੈਂ ਸਮਝਦਾ ਕਿ ਇਹ ਅਕਾਲੀ ਦਲ ਖੇਤਰੀ ਪਾਰਟੀ ਦਾ ਰੋਲ ਹੋਰ ਕੋਈ ਕਰ ਹੀ ਨਹੀਂ ਸਕਦੀ, ਕੋਈ ਪਾਰਟੀ, ਸਿਰਫ ਤੇ ਸਿਰਫ ਅਕਾਲੀ ਦਲ ਕਰ ਸਕਦਾ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ, ਇਹ ਪ੍ਰੋਸੈਸ ਜ਼ਰੂਰ ਇਨੀਸ਼ੀਏਟ ਹੋਇਆ ਹੈ, ਕੁਝ ਥਾਵਾਂ ਤੇ ਗੱਲਬਾਤ ਵੀ ਚੱਲ ਰਹੀ ਹੈ। ਜਿਹੜੇ ਜੀ ਹੋਸ਼ ਅਕਾਲੀ ਦਲ ਦੇ ਵਿੱਚ ਬੰਦੇ ਆ, ਪਿੱਛੇ ਹੀ ਇਲੈਕਸ਼ਨਾਂ ਤੋਂ ਪਹਿਲਾਂ ਬਲਕਾਰ ਸਿੰਘ ਨੂੰ ਵੀ ਪਤਾ, ਇਹਨਾਂ ਨੂੰ ਵੀ ਫੋਨ ਆਇਆ, ਇਹਨਾਂ ਦੇ ਥਰੂ ਮੇਰੇ ਨਾਲ ਵੀ ਗੱਲ ਹੋਈ ਕਿ ਆਪਾਂ ਇਸ ਪਾਸੇ, ਅਸੀਂ ਉਹਨਾਂ ਨੂੰ ਇਹੀ ਗੱਲ ਕਹੀ ਕਿ ਹੁਣ ਚੋਣਾਂ ਦੇ ਮੌਕੇ ਜੇ ਆਪਾਂ ਕਹੀਏ ਕਿ ਕੋਈ ਗੱਲ ਕਰੀਏ, ਕੋਈ ਸਟੇਟਮੈਂਟ ਦਈਏ ਖੇਤਰੀ ਪਾਰਟੀ ਦੇ ਹਿੱਤ 'ਚ, ਉਹ ਬੇਮਾਨੀ ਹੈ। ਇਹ ਗੱਲ ਲੰਬੇ ਸਮੇਂ ਦੀ ਹੈ, ਕਿਉਂਕਿ ਰੀਸਟਰਕਚਰਿੰਗ ਦੀ ਲੋੜ ਹੈ। ਇਹਨੂੰ ਆਪਾਂ ਜਿਹਨੂੰ ਕੋਰਸ ਕਰੈਕਸ਼ਨ ਦੀ ਲੋੜ ਹੈ, ਤੇ ਕੋਰਸ ਕਰੈਕਸ਼ਨ ਜਿਹੜੀ ਹੁੰਦੀ ਸਿੰਪਲ ਸਟੇਟਮੈਂਟ ਨਾਲ ਕੋਈ ਗੱਲ ਨਹੀਂ ਬਣਦੀ। ਇਹਨੂੰ ਦਾ ਗਹਿਰ ਗੰਭੀਰ ਸੋਚ ਜਿਹੜੀ ਹੈ ਇਹਦੇ ਵਿੱਚ ਹੋਣੀ ਹੈ। ਜਿਹੜੀ ਤੁਸੀਂ ਗੱਲ ਰੰਧਾਵਾ ਸਾਹਿਬ ਕਹਿੰਦੇ ਹੋ ਨਾ, ਅਸੀਂ ਤੇ ਯਾਰ ਜਿਹਨੂੰ ਕਹੀਏ ਕਿ ਸਾਡਾ ਤਾਂ ਢਿੱਡ ਫੋਲ ਲਓ ਨਾ, ਤੇ ਵਿੱਚੋਂ ਪੰਥ ਮੰਤਰ ਨਿਕਲਦਾ, ਜਿਵੇਂ ਉਹ ਹਨੂਮਾਨ ਦਾ ਕਹਿੰਦੇ ਨੇ ਸੀਨਾ ਫੋਲ ਲਓ, ਤੇ ਉਹਦੇ ਵਿੱਚੋਂ ਰਾਮ 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 ਹੀ ਹੈ। ਉਹ ਸਾਡੀ ਤਾਂ ਕੋਈ ਨਿਕਲਦਾ ਹੀ ਕੁਛ ਨਹੀਂ, ਸਾਡੇ ਤਾਂ ਯਾਰ ਠੱਪਾ ਹੀ ਇਹ ਲੱਗਿਆ ਹੋਇਆ। ਸਾਡੀ ਤਾਂ ਤੁਸੀਂ ਦੇਖੋ ਆਦਮ ਇਹ ਹੈ, ਮੈਂ ਪਿੱਛੇ ਗਿਆ, ਇੱਕ ਵਿਆਹ ਸੀ, ਤੇ ਉਹ ਮੇਰਾ ਭਤੀਜਾ ਅਕਾਲੀ ਦਲ ਦਾ ਉੱਥੇ ਜ਼ਿਲ੍ਹਾ ਪ੍ਰਧਾਨ ਹੈ। ਚਲੋ ਖੈਰ, ਤੇ ਉਹ ਅਕਾਲੀਆਂ ਦੇ ਨਾਲ ਹੈ, ਚਲੋ ਵੋਟਾਂ ਵੀ ਫੈਮਿਲੀ ਟ੍ਰੈਡੀਸ਼ਨ ਹੈ, ਵੋਟਾਂ ਵੀ ਉਧਰ ਪੈਂਦੀਆਂ। ਤੇ ਮੇਰਾ ਪੋਤਰਾ ਜਿਹੜਾ ਹੈ, ਉਹ ਕਹਿੰਦਾ ਵੀ ਇਸ ਵਾਰੀ ਨਾ ਆਪਾਂ ਮਾਨ ਨੂੰ ਵੋਟ ਦੇਣੀ ਹੈ। ਪਹਿਲੀ ਵਾਰ ਉਹਦੀ ਵੋਟ ਬਣੀ। ਹੁਣ ਮੈਂ ਤਾਂ ਜਿਹੜਾ ਗੱਲ ਕਿਹਾ ਸੀ, ਯੂਥ ਜਿਹਨੂੰ ਕਹਿੰਦੇ, ਮਤਲਬ ਇੱਕੋ ਯੂਥ ਦੇ ਵਿੱਚ ਖਾਸ ਕਿਸਮ ਦਾ ਆਦਰਸ਼ਵਾਦ ਤੇ ਇੱਕ ਜਿਹਨੂੰ ਆਪਾਂ ਕਹਿੰਦੇ ਕਿ ਨਾਬਰੀ ਆਉਂਦੀ ਹੈ। ਹੁਣ ਨਾਬਰੀ ਪਰਿਵਾਰ ਦੇ ਵਿੱਚ ਹੀ ਇੱਕ ਨਾਬਰੀ ਪਈ ਹੋਈ ਹੈ। ਉਹ ਦੋ ਧਿਰਾਂ ਜਿਹੜੀਆਂ ਪਈਆਂ ਹੋਈਆਂ, ਇਹ ਨਾਬਰੀ ਵਾਲੀ ਤੇ ਇੱਕ ਸੰਵਿਧਾਨਕ ਘੇਰੇ ਦੇ ਵਿੱਚ ਰਹਿ ਕੇ ਚੱਲਣ ਦੀ, ਇਹ ਮਸਲੇ ਨੂੰ ਨਿਖਰਨ ਦੀ ਲੋੜ ਹੈ। ਔਰ ਅਕਾਲੀ ਦਲ ਹੀ ਹੈ ਜਿਹੜੀ ਮੈਂ ਸਮਝਦਾ ਕਿ ਸੰਸਥਾ ਜਿਹੜੀ ਸੰਵਿਧਾਨਕ ਘੇਰੇ 'ਚ ਵਿਚਰ ਕੇ ਇਸ ਖੇਤਰ ਨੂੰ ਬਿਹਤਰ ਅਗਵਾਈ ਦੇ ਸਕਦੀ ਹੈ। ਔਰ ਮੈਂ ਤੁਹਾਡੇ ਨਾਲ ਸਹਿਮਤ ਹੈ ਕਿ ਇਹਦੇ ਲਈ ਯਤਨ ਹਮੇਸ਼ਾ ਸਾਰੀਆਂ ਹੀ ਧਿਰਾਂ ਵੱਲੋਂ ਚਾਹੀਦੇ ਨੇ। ਤੇ ਕਈ ਵਾਰ ਹੁੰਦਾ ਰੰਧਾਵਾ ਸਾਹਿਬ ਇਹ ਹੈ ਕਿ ਜਿਵੇਂ ਬਲਕਾਰ ਸਿੰਘ ਉਹਨਾਂ ਨੇ ਕਿਹਾ ਵੀ ਅਸੀਂ ਤੇ ਤਿਆਰ ਹਾਂ, ਕੋਈ ਦੂਸਰਾ ਸੁਣਨ ਨੂੰ ਵੀ ਤੇ ਤਿਆਰ ਹੋਵੇ ਯਾਰ। ਵੀ ਇਹ ਨਾ ਹੋਵੇ ਵੀ ਇਹਨਾਂ ਨੇ ਇਹ ਬਜ਼ੁਰਗਾਂ ਦੇ ਕੀ ਐਵੇਂ ਗੱਲਾਂ ਕਰਦੇ ਨੇ। ਵੀ ਹੁਣ ਸਾਡੀ ਤੇ ਤੁਹਾਡੇ ਥਰੂ ਜਿਹੜੀ ਤੁਸੀਂ ਚੈਨਲ ਤੇ ਓਪਨਲੀ ਇਸ ਤੇ ਕਹਿ ਰਹੇ ਕਿ ਵੀ ਆਰ ਅਵੇਲੇਬਲ, ਅਸੀਂ ਹੈਗੇ ਅਵੇਲੇਬਲ, ਅਸੀਂ ਜਿੱਥੇ ਮਰਜ਼ੀ ਸਾਡੀ ਡਿਊਟੀ ਲੱਗੇ ਅਸੀਂ ਕਰਨ ਨੂੰ ਤਿਆਰ ਹੈ। ਪਰ ਭਾਈ ਕੋਰਸ ਕਰੈਕਸ਼ਨ ਦੀ ਲੋੜ ਹੈ, ਇਹ ਤੇ ਮੰਨ ਲਓ। ਕੁਝ ਸੁਣਿਆ ਤੇ ਕਰੋ ਗੱਲ ਕਿਸੇ ਦੀ। ਨਹੀਂ, ਨਹੀਂ ਤੁਸੀਂ ਠੀਕ ਕਹਿ ਰਹੇ ਹੋ, ਉਹਨਾਂ ਨੂੰ ਚਾਪਲੂਸਾਂ ਦੀ ਲੋੜ ਹੈ। ਠੀਕ ਹੈ, ਅੱਜ ਤੱਕ ਦਾ ਤਜਰਬਾ ਇਹੀ ਹੈ ਕਿ ਉਹਨਾਂ ਨੂੰ ਚਾਪਲੂਸ ਚੰਗੇ ਲੱਗਦੇ ਆ, ਤੇ ਫਿਰ ਜਦੋਂ ਉਹ ਦੂਜੀ ਗੱਲ ਆ ਇਲੈਕਸ਼ਨ 'ਚ ਉਹਨਾਂ ਨੂੰ ਤੁਹਾਡੀ ਲੋੜ ਹੁੰਦੀ ਆ, ਉਦੋਂ ਤੁਸੀਂ ਕਹਿੰਦੇ ਹੋ ਵੀ ਹੁਣ ਪ੍ਰਸੰਗਿਕ ਨਹੀਂ ਗੱਲ, ਮੁੜ ਕੇ ਕਰਾਂਗੇ, ਮੁੜ ਕੇ ਉਹਨਾਂ ਨੂੰ ਲੋੜ ਨਹੀਂ ਰਹਿਣੀ। ਸਵਾਲ ਇੰਨਾ ਕਿ ਲੇਕਿਨ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਸੁਖਬੀਰ ਸਿੰਘ ਬਾਦਲ ਇਹ ਯਕੀਨੀ ਬਣਾ ਲੈਣ, ਦੌਰ ਬਦਲ ਜਾਂਦੇ ਆ, ਸੱਤਾਂ ਉਹਦੀਆਂ ਜਾਂਦੀਆਂ ਰਹਿੰਦੀਆਂ, ਬੰਦੇ ਹੁੰਦੇ ਆ, ਮੁੱਕ ਜਾਂਦੇ ਆ, ਰਹਿੰਦੇ ਆ, ਕੋਈ ਫਰਕ ਨਹੀਂ ਪੈਂਦਾ। ਲੇਕਿਨ ਇਤਿਹਾਸਕ ਤੌਰ ਤੇ ਤੁਹਾਨੂੰ ਇੱਕ ਸਰਟੀਫਾਈ ਕੀਤਾ ਜਾਂਦਾ ਹੈ, ਤੁਹਾਨੂੰ ਤਸਦੀਕ ਕੀਤਾ ਜਾਂਦਾ ਹੈ ਤੁਹਾਡੇ ਕੰਮਾਂ ਨੂੰ, ਤੁਹਾਡੇ ਉਸ ਦੌਰ ਨੂੰ। ਉਹਦੇ ਵਿੱਚ ਜੇ ਤੁਹਾਨੂੰ ਕੁਦਰਤ ਉਸ ਦੌਰ ਦੇ ਮੁਲਾਂਕਣ 'ਚ ਲੈ ਆਈ ਆ ਤਾਂ ਉਹਨੂੰ ਤੁਸੀਂ ਸਵਾਰਨਾ ਬਣਾਉਣਾ ਹੈ। ਸੁਖਬੀਰ ਸਿੰਘ ਬਾਦਲ ਤੇ ਇੱਕ ਵੱਡੀ ਜ਼ਿੰਮੇਵਾਰੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਮਰ ਦੇ ਇਸ ਪੜਾਅ ਤੇ ਬਹੁਤਾ ਕੁਝ ਕਰਨਗੇ ਨਹੀਂ ਪਤਾ ਹੈ, ਲੇਕਿਨ ਜੇਕਰ ਸੁਖਬੀਰ ਸਿੰਘ ਬਾਦਲ ਕੁਝ ਕਰਨਾ ਚਾਹੁੰਦੇ ਆ, ਨਹੀਂ ਤਾਂ ਇਸ ਜਜ਼ਬੇ ਨੇ ਉਹਨਾਂ ਨੂੰ ਇੱਕ ਹੋਰ ਸਿਆਸਤ ਵਿੱਚ ਧੱਕ ਦੇਣਾ ਹੈ, ਜਿੱਥੇ ਉਹਨਾਂ ਨੂੰ ਸਟਰਗਲ ਕਰਨੀ ਪੈਣੀ ਆ। ਇਹ ਜਜ਼ਬਾ ਸਟਰਗਲ ਤੋਂ ਉਰੇ ਦਾ ਹੈ। ਇਹ ਸਿਰਫ ਇੰਨਾ ਹੀ ਮੰਗਦਾ ਹੈ ਕਿ ਤੁਸੀਂ ਸਾਡੀ ਪੈੜ 'ਚ ਪੈਰ ਰੱਖੋ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।